ਓਸ਼ੋ ਦੇ ਲੈਕਚਰ ਦਾ ਅਗਲਾ ਭਾਗ ਹੈ ਸੁਰ ਤੇ ਸੰਗੀਤ। ਜ਼ਿੰਦਗੀ 'ਚ ਸਭ ਤੋਂ ਵੱਧ ਸਿੱਖਣ ਯੋਗ ਜੇਕਰ ਕੁਝ ਹੈ ਤਾਂ ਸੰਗੀਤ ਦਾ ਬੋਧ ਹੈ, ਸੰਗੀਤ ਦਾ ਭਾਵ ਹੈ। ਸੰਗੀਤ ਦਾ ਮਤਲਬ ਹੈ ਜੀਵਨ ਦਾ ਅੰਤਿਮ ਰਹੱਸ। ਸੁਰਾਂ ਦਾ ਭੀੜ ਭੜੱਕਾ ਨਹੀਂ ਹੈ, ਨਾ ਹੀ ਕੋਈ ਅਫਰਾ ਤਫਰੀ, ਨਾ ਅਵਿਵਸਥਾ, ਬਲਕਿ ਸਾਰੇ ਸਵਰ ਰਲ ਕੇ ਇੱਕ ਹੀ ਤਰੰਗ, ਇੱਕ ਹੀ ਲੈਅ, ਇੱਕ ਹੀ ਸੰਕੇਤ, ਇੱਕ ਹੀ ਇਸ਼ਾਰਾ ਕਰ ਰਹੇ ਹਨ। ਜੀਵਨ ਦੇ ਪਰਮ ਕੇਂਦਰ 'ਤੇ ਸਾਰੇ ਜੁੜੇ ਹੋਏ ਹਨ। ਵਿਵਸਥਾ ਹਨ। ਜੋ ਅਵਿਵਸਥਾ ਦਿਸਦੀ ਹੈ ਉਹ ਸਾਡੇ ਅੰਨ੍ਹੇਪੁਣੇ ਦੇ ਕਾਰਨ ਹੈ। ਜੋ ਸੁਰਾਂ ਦਾ ਉਪੱਦਰ ਦਿਖਾਈ ਪੈਂਦਾ ਹੈ, ਜੋ ਤਣਾਅ ਦਿਖਾਈ ਪੈਂਦਾ ਹੈ, ਉਹ ਵੀ ਸਾਡੇ ਬੋਲੇ ਹੋਣ ਦੇ ਕਾਰਨ ਹੈ, ਕਿਉਂਕਿ ਅਸੀਂ ਠੀਕ ਤਰ੍ਹਾਂ ਸੁਣ ਨਹੀਂ ਪਾਉਂਦੇ। ਇਸ ਲਈ ਅਸੀਂ ਸੁਰਾਂ ਦੇ ਵਿਚਕਾਰ ਵਗਦੀ ਹੋਈ ਜੋ ਸਮਸਵਰਤਾ ਹੈ ਉਹਦਾ ਅਨੁਭਵ ਨਹੀਂ ਕਰ ਪਾਉਂਦੇ। ਸਾਨੂੰ ਸੁਰ ਤਾਂ ਸੁਣਾਈ ਦੇ ਜਾਂਦੇ ਹੈ, ਪਰ ਇੱਕ ਸੁਰ ਨੂੰ ਦੂਜੇ ਸੁਰ ਨਾਲ ਜੋੜਨ ਵਾਲਾ ਜੋ ਵਿਚਕਾਰਲਾ ਪੁਲ ਹੈ ਸੰਗੀਤ, ਉਹ ਸਾਨੂੰ ਸੁਣਾਈ ਨਹੀਂ ਪੈਂਦਾ। ਜਿਵੇਂ ਜਿਵੇਂ ਸੁਣਨ ਦੀ ਸਮਰੱਥਾ ਵਧੇਗੀ ਉਵੇਂ ਉਵੇਂ ਸੁਰ ਖੋਂਦੇ ਜਾਣਗੇ ਅਤੇ ਸੰਗੀਤ ਉੱਭਰਨ ਲੱਗੇਗਾ। ਇੱਕ ਅਜਿਹਾ ਛਿਣ ਵੀ ਆ ਜਾਂਦਾ ਜਦ ਸਵਰ ਖੋ ਜਾਂਦੇ ਹੈ, ਸ਼ੂਨਯ ਹੋ ਜਾਂਦੇ ਹੈ, ਸਭ ਲਹਿਰਾਂ ਖੋ ਜਾਂਦੀਆਂ, ਸਿਰਫ ਸੰਗੀਤ ਦਾ ਸਾਗਰ ਰਹਿ ਜਾਂਦਾ ਹੈ, ਸਿਰਫ ਸੰਗੀਤ ਦੀ ਪ੍ਰਤੀਤੀ ਰਹਿ ਜਾਂਦੀ ਹੈ। ਸੰਗੀਤ ਦਾ ਅਰਥ ਹੈ ਸੁਰਾਂ ਦੇ ਵਿਚਾਲੇ ਜੋ ਪ੍ਰੇਮ ਦਾ ਸੰਬੰਧ ਹੈ। ਇੱਕ ਸੁਰ ਦੂਜੇ ਸੁਰ ਨਾਲ ਜੁੜਿਆ ਹੈ। ਇੱਕ ਸੁਰ ਦੂਜੇ ਸੁਰ 'ਚ ਜਿਸ ਤਰ੍ਹਾਂ ਖੋ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਇਹ ਜੋ ਦੋ ਸੁਰਾਂ ਦੇ ਵਿਚਾਲੇ ਵਕਫਾ ਹੈ, ਉਹ ਵਕਫਾ ਖਾਲੀ ਨਹੀਂ ਹੈ। ਇਹ ਵਕਫਾ ਵੀ ਭਰਿਆ ਹੋਇਆ ਹੈ। ਭਾਵੇਂ ਇਹ ਵਕਫਾ ਸੰਨਾਟੇ ਨਾਲ ਹੀ ਭਰਿਆ ਹੋਵੇ, ਭਾਵੇਂ ਇਹ ਵਕਫਾ ਸ਼ੂਨਿਆ ਨਾਲ ਹੀ ਭਰਿਆ ਹੋਵੇ, ਪਰ ਉਹ ਵਕਫਾ ਭਰਿਆ ਹੋਇਆ। ਉਸ ਵਕਫੇ ਨੂੰ ਮਹਿਸੂਸ ਕਰਨ ਦਾ ਨਾਂ ਜੀਵਨ ਦੇ ਸੰਗੀਤ ਨੂੰ ਅਨੁਭਵ ਕਰਨਾ ਹੈ। ਸੁਣਿਆ ਹੋਏਗਾ ਕਿ ਸੱਚ ਸ਼ਬਦਾਂ 'ਚ ਨਹੀਂ ਕਿਹਾ ਜਾ ਸਕਦਾ, ਲੇਕਿਨ ਸੱਚ ਸ਼ਬਦਾਂ ਦੇ ਵਿਚਾਲੇ ਜੋ ਖਾਲੀ ਥਾਂ ਹੁੰਦੀ ਹੈ ਉੱਥੇ ਪ੍ਰਗਟ ਹੁੰਦਾ ਹੈ। ਅਤੇ ਸੁਣਿਆ ਹੋਏਗਾ ਕਿ ਸੱਖਣਾਪਣ ਤੋੜਦਾ ਨਹੀਂ, ਜੋੜਦਾ ਹੈ। ਇਹ ਵੀ ਸੁਣਿਆ ਹੋਏਗਾ ਕਿ ਸ਼ੂਨਯਤਾ ਵੀ ਮਹਿਜ਼ ਸ਼ੂਨਯਤਾ ਨਹੀਂ ਹੈ, ਸ਼ੂਨਯਤਾ ਵੀ ਇੱਕ ਪੂਰਨ ਸੰਗੀਤ ਨਾਲ ਭਰੀ ਹੈ। ਇਹ ਪਰਸ਼ੂਨਯਤਾ ਨੂੰ ਸੁਣਨ ਦੀ, ਸੰਨਾਟੇ ਨੂੰ ਸੁਣਨ ਦੀ ਸਮਰੱਥਾ ਸਾਡੇ ਕੋਲ ਨਹੀਂ ਹੈ। ਜ਼ਿੰਦਗੀ ਦਾ ਸੰਗੀਤ ਵਕਫਿਆਂ ਵਿੱਚ ਹੈ। ਇੱਕ ਸੁਰ ਸੁਣਾਈ ਪੈਂਦਾ ਹੈ, ਫਿਰ ਦੂਜਾ ਸੁਣਾਈ ਪੈਂਦਾ ਹੈ, ਪਰ ਵਿਚਾਲੇ ਕੋਈ ਪੁਲ ਨਜ਼ਰ ਨਹੀਂ ਆਉਂਦਾ। ਇਸ ਤੋਂ ਅਰਾਜਕਤਾ ਮਹਿਸੂਸ ਹੁੰਦੀ ਹੈ। ਅਸੀਂ ਇੱਥੇ ਇੰਨੇ ਲੋਕ ਬੈਠੇ ਹਾਂ, ਇੱਕ ਵਿਅਕਤੀ ਦਿਖਾਈ ਪੈਂਦਾ ਹੈ, ਫਿਰ ਦੂਜਾ ਵਿਅਕਤੀ ਦਿਖਾਈ ਪੈਂਦਾ ਹੈ। ਦੋਨਾਂ ਦੇ ਵਿਚਾਲੇ ਜੋ ਜੋੜ ਹੈ ਉਹ ਨਹੀਂ ਦਿਖਾਈ ਪੈਂਦਾ। ਇਸ ਲਈ ਸਾਰੇ ਵਿਅਕਤੀ ਅਲੱਗ-ਅਲੱਗ ਮਾਲੂਮ ਹੁੰਦੇ ਹੈ। ਜੇ ਵਿਚਾਲੇ ਦਾ ਜੋੜ ਦਿਸ ਪਏ ਤਾਂ ਵਿਅਕਤੀ ਇੱਥੇ ਖੋ ਜਾਣ ਅਤੇ ਜੀਵਨ ਦੀ ਇੱਕ ਧਾਰਾ ਰਹਿ ਜਾਏ। ਜਿਵੇਂ ਮੈਂ ਦੇਖਦਾ ਕਿ ਤੁਸੀਂ ਮਹੱਤਵਪੂਰਨ ਘੱਟ ਹੋ, ਤੁਹਾਡੇ ਗੁਆਂਢ 'ਚ ਬੈਠਾ ਵਿਅਕਤੀ ਵੀ ਘੱਟ ਮਹੱਤਵਪੂਰਨ ਹੈ, ਕਿਉਂਕਿ ਉਸੇ ਜੀਵਨ ਦੇ ਕਾਰਨ ਤੁਸੀਂ ਵੀ ਜਿਉਂਦੇ ਹੋ, ਤੁਹਾਡਾ ਗੁਆਂਢੀ ਵੀ ਜਿਉਂਦਾ ਹੈ, ਲੇਕਿਨ ਉਹ ਜੀਵਨ ਅਦ੍ਰਿਸ਼ਟ ਹੈ। ਤੁਸੀਂ ਦਿਖਾਈ ਪੈਂਦੇ ਹੋ ਇੱਕ ਸਿਰੇ 'ਤੇ, ਗੁਆਂਢੀ ਦਿਖਾਈ ਪੈਂਦਾ ਦੂਜੇ ਸਿਰੇ 'ਤੇ। ਵਿਚਕਾਰ ਜੋ ਜੀਵਨ ਤਰੰਗ ਹੈ ਉਹ ਦਿਖਾਈ ਨਹੀਂ ਪੈਂਦੀ। ਦ੍ਰਿਸ਼ਟ ਨੂੰ ਹੀ ਜਿਹੜਾ ਦੇਖਦਾ ਉਹਨੂੰ ਜੀਵਨ 'ਚ ਅਰਾਜਕਤਾ ਦਿਖਾਈ ਪਏਗੀ, ਕਿਉਂਕਿ ਸਾਰੇ ਦ੍ਰਿਸ਼ਟ ਅਦ੍ਰਿਸ਼ਟ ਨਾਲ ਜੁੜੇ ਹਨ। ਜੋ ਦਿਖਾਈ ਪੈਂਦਾ ਉਹ ਤਾਂ ਸਿਰ ਹੈ, ਜੋ ਨਹੀਂ ਦਿਖਾਈ ਪੈਂਦਾ ਵਿਚਕਾਰਲੀ ਜੋ ਤਰੰਗ ਹੈ, ਵਿਚਕਾਰਲੀ ਜੋ ਲਹਿਰ ਹੈ, ਉਹੀ ਅਸਲ ਵਜੂਦ ਹੈ। ਇਸ ਅਦ੍ਰਿਸ਼ਟ ਨੂੰ ਅਨੁਭਵ ਕਰਨਾ ਹੀ ਜੀਵਨ ਸੰਗੀਤ ਨੂੰ ਅਨੁਭਵ ਕਰਨਾ ਹੈ। ਸੰਗੀਤ ਦਾ ਅਰਥ ਚੰਗੀ ਤਰ੍ਹਾਂ ਸਮਝ ਲੈਣਾ। ਵਕਫੇ ਨੂੰ ਜਿਸ ਨੇ ਭਰਿਆ ਹੋਇਆ ਹੈ, ਸੱਖਣੇਪਣ ਨੂੰ ਜਿਸ ਨੇ ਪੂਰਾ ਕੀਤਾ ਹੋਇਆ ਹੈ, ਸ਼ੂਨਿਆ 'ਚ ਵੀ ਜੋ ਪੂਰੀ ਤਰ੍ਹਾਂ ਮੌਜੂਦ ਹੈ, ਜੋ ਦਿਖਾਈ ਨਹੀਂ ਪੈਂਦਾ ਤੇ ਹੈ ਪਰ ਮਹਿਸੂਸ ਕੀਤਾ ਜਾ ਸਕਦਾ ਹੈ। ਜਿਵੇਂ ਜਿਵੇਂ ਅਸੀਂ ਅੰਦਰ ਜ਼ਿਆਦਾ ਸੰਵੇਦਨ ਹੁੰਦੇ ਜਾਈਏ ਉਵੇਂ ਉਵੇਂ ਮਹਿਸੂਸ ਹੋਣ ਲੱਗੇਗਾ। ਤਦ ਵਿਅਕਤੀ ਨਹੀਂ ਦਿਖਾਈ ਪੈਣਗੇ, ਉਹਨਾਂ ਨੂੰ ਜੋੜਨ ਵਾਲਾ ਪਰਮਾਤਮਾ ਦਿਖਾਈ ਪਏਗਾ। ਤਦ ਇੱਕ ਬਿਰਛ ਨਹੀਂ ਦਿਖਾਈ ਪਏਗਾ, ਦੂਜਾ ਬਿਰਛ ਵੀ ਨਹੀਂ ਦਿਖਾਈ ਪਏਗਾ, ਬਲਕਿ ਦੋਨਾਂ ਬਿਰਛਾਂ 'ਚ ਜੋ ਜੀਵਨ ਇੱਕਸਾਰ ਵਹਿ ਰਿਹਾ ਹੈ, ਅੰਦਰ ਵੀ ਹੈ, ਦੋਨਾਂ ਬਿਰਛਾਂ ਦੇ ਬਾਹਰ ਵੀ ਹੈ, ਉਹ ਦਿਖਾਈ ਪੈਣਾ ਸ਼ੁਰੂ ਹੋ ਜਾਏਗਾ। ਜਿਸ ਦਿਨ ਉਹ ਦਿਖਾਈ ਪੈਣ ਲੱਗਦਾ ਹੈ ਉਸ ਦਿਨ ਇਹ ਜਗਤ ਇੱਕ ਦਾ ਹੀ ਪ੍ਰਗਟਾ ਹੈ। ਇਸ ਲਈ ਇਹਨਾਂ ਸੂਤਰਾਂ 'ਚ ਸੰਗੀਤ ਉੱਤੇ ਬੜਾ ਜ਼ੋਰ ਦਿੱਤਾ ਗਿਆ ਹੈ, ਕਿਉਂਕਿ ਸੰਗੀਤ ਦਾ ਜੋ ਅਨੁਭਵ ਕਰ ਲਏਗਾ, ਸਵਰਾਂ ਨੂੰ ਨਹੀਂ, ਸਵਰਾਂ ਨੂੰ ਜੋੜਨ ਵਾਲੀਆਂ ਤਰੰਗਾਂ ਨੂੰ, ਅਦ੍ਰਿਸ਼ ਤਰੰਗਾਂ ਨੂੰ, ਸਵਰਾਂ ਦੇ ਵਿਚਾਲੇ ਵਹਿਣ ਵਾਲੀ ਲੈਅਬੱਧਤਾ ਨੂੰ ਜਿਹੜਾ ਅਨੁਭਵ ਕਰ ਲਏਗਾ ਉਹ ਬ੍ਰਹਮ ਨੂੰ ਅਨੁਭਵ ਕਰ ਲਏਗਾ, ਕਿਉਂਕਿ ਬ੍ਰਹਮ ਉਹੀ ਹੈ ਜਿਹਨੇ ਸਭ ਨੂੰ ਜੋੜਿਆ ਹੋਇਆ। ਦਿਖਾਈ ਨਹੀਂ ਪੈਂਦਾ, ਯਕੀਨਨ ਹੀ ਜੋ ਦਿਖਾਈ ਪੈਂਦਾ ਉਹ ਮਿਟੇਗਾ, ਜੋ ਦਿਖਾਈ ਪੈਂਦਾ ਉਹ ਖੋ ਜਾਏਗਾ, ਜੋ ਨਹੀਂ ਦਿਖਾਈ ਪੈਂਦਾ ਉਹ ਨਹੀਂ ਮਿਟੇਗਾ।
ਉਹਦੇ ਮਿਟਣ ਦਾ ਕੋਈ ਉਪਾਅ ਨਹੀਂ ਹੈ। ਲਹਿਰ ਦੀ ਤਰ੍ਹਾਂ ਅਸੀਂ ਉੱਠਦੇ ਹਾਂ, ਦਿਖਾਈ ਪੈਂਦੇ ਹਾਂ, ਫਿਰ ਲਹਿਰ ਗਿਰ ਜਾਂਦੀ ਹੈ, ਅਸੀਂ ਖੋ ਜਾਂਦੀ ਹੈ। ਅਤੇ ਜੋ ਸਾਗਰ ਕਦੇ ਦਿਖਾਈ ਨਹੀਂ ਪੈਂਦਾ, ਤੁਸੀਂ ਹੈਰਾਨ ਹੋਵੋਗੇ। ਤੁਸੀਂ ਕਹੋਗੇ ਸਾਗਰ ਦਿਖਾਈ ਪੈਂਦਾ, ਲੇਕਿਨ ਮੈਂ ਤੁਹਾਨੂੰ ਕਹਿੰਦਾ ਸਾਗਰ ਕਦੇ ਦਿਖਾਈ ਨਹੀਂ ਪੈਂਦਾ। ਜਦ ਦਿਖਾਈ ਪੈਂਦੀ ਹੈ ਲਹਿਰ ਹੀ ਦਿਖਾਈ ਪੈਂਦੀ ਹੈ। ਸਾਗਰ ਨੂੰ ਤੁਸੀਂ ਨਹੀਂ ਦੇਖਿਆ, ਜਦ ਦਿਖਾਈ ਪੈਂਦੀਆਂ ਲਹਿਰਾਂ ਹੀ ਦਿਖਾਈ ਪੈਂਦੀਆਂ, ਕਿਉਂਕਿ ਸਾਗਰ ਦੀ ਸਤ੍ਹਾ ਦਿਖਾਈ ਪੈਂਦੀ ਹੈ। ਸਤ੍ਹਾ ਤਾਂ ਸਦਾ ਲਹਿਰਾਂ ਨਾਲ ਭਰੀ ਹੈ। ਸਾਗਰ ਨੂੰ ਤੁਸੀਂ ਕਦੇ ਨਹੀਂ ਦੇਖ ਪਾਉਂਦੇ, ਦੇਖਦੇ ਹੋ ਉਹਨਾਂ ਲਹਿਰਾਂ ਨੂੰ ਹੀ। ਸਾਗਰ ਤਾਂ ਅਨੁਮਾਨ ਹੈ ਤੁਹਾਡਾ, ਲਹਿਰਾਂ ਦਿਸਦੀਆਂ, ਉੱਠਦੀਆਂ, ਡਿੱਗਦੀਆਂ, ਲੇਕਿਨ ਜਿਸ ਸਾਗਰ 'ਚ ਉੱਠਦੀਆਂ, ਜਿਸ ਸਾਗਰ ਤੋਂ ਉੱਠਦੀਆਂ, ਜਿਸ ਸਾਗਰ ਵਿੱਚ ਖੋ ਜਾਂਦੀਆਂ, ਉਹ ਹੈ ਸੰਗੀਤ। ਲਹਿਰਾਂ ਤਾਂ ਸਵਰ ਹਨ, ਪਰ ਸਵਰ ਸੁਣਾਈ ਪੈਂਦੇ ਹਨ, ਸੰਗੀਤ ਸੁਣਾਈ ਨਹੀਂ ਪੈਂਦਾ। ਲਹਿਰਾਂ ਦਿਖਾਈ ਪੈਂਦੀਆਂ, ਸਾਗਰ ਦਿਖਾਈ ਨਹੀਂ ਪੈਂਦਾ। ਬੜੇ ਮਜ਼ੇ ਦੀ ਗੱਲ ਹੈ ਕਿ ਲਹਿਰਾਂ ਬਿਨਾਂ ਸਾਗਰ ਦੇ ਨਹੀਂ, ਲਹਿਰਾਂ ਬਿਨਾਂ ਸਾਗਰ ਦੇ ਨਹੀਂ ਹੋ ਸਕਦੀਆਂ, ਅਤੇ ਸਵਰ ਬਿਨਾਂ ਸੰਗੀਤ ਦੇ ਨਹੀਂ ਹੋ ਸਕਦਾ। ਸਾਗਰ ਬਿਨਾਂ ਲਹਿਰਾਂ ਦੇ ਵੀ ਹੋ ਸਕਦਾ ਹੈ, ਲੇਕਿਨ ਲਹਿਰਾਂ ਬਿਨਾਂ ਸਾਗਰ ਦੇ ਨਹੀਂ ਹੋ ਸਕਦੀਆਂ। ਸੰਗੀਤ ਬਿਨਾਂ ਸਵਰ ਦੇ ਵੀ ਹੋ ਸਕਦਾ ਹੈ, ਲੇਕਿਨ ਸਵਰ ਬਿਨਾਂ ਸੰਗੀਤ ਦੇ ਨਹੀਂ ਹੋ ਸਕਦੇ। ਫਿਰ ਵੀ ਸੰਗੀਤ ਸੁਣਾਈ ਪੈਂਦਾ ਹੈ। ਸਾਗਰ ਦਿਖਾਈ ਨਹੀਂ ਪੈਂਦਾ, ਲਹਿਰਾਂ ਦਿਖਾਈ ਪੈਂਦੀਆਂ, ਸਵਰ ਸੁਣਾਈ ਪੈਂਦੇ ਹੈ। ਉਹ ਜੋ ਨਿਰਵਿਅਕਤੀ ਹੈ, ਉਹ ਜੋ ਬ੍ਰਹਮ ਹੈ, ਉਹ ਜੋ ਜੀਵਨ ਦਾ ਪਰਮ ਗੁੱਜਾ ਪਸਾਰ ਹੈ, ਉਹ ਅਨੁਭਵ 'ਚ ਨਹੀਂ ਆਉਂਦਾ, ਵਿਅਕਤੀ ਅਨੁਭਵ 'ਚ ਆਉਂਦੇ ਹੈ। ਵਿਅਕਤੀ ਦੀ ਸੀਮਾ ਹੈ, ਇਸ ਲਈ ਦਿਖਾਈ ਪੈ ਜਾਂਦਾ ਹੈ। ਲਹਿਰ ਛੋਟੀ ਹੈ, ਦਿਖਾਈ ਪੈ ਜਾਂਦੀ ਹੈ। ਸਾਗਰ ਵੱਡਾ, ਅੱਖਾਂ ਛੋਟੀਆਂ, ਦਿਖਾਈ ਨਹੀਂ ਪੈਂਦਾ। ਸਵਰ ਛੋਟਾ ਹੈ, ਚੋਟ ਪੈਂਦੀ, ਸੁਣਾਈ ਪੈ ਜਾਂਦਾ ਹੈ। ਸੰਗੀਤ ਸਾਗਰ ਦਾ ਵਿਰਾਟ ਹੈ, ਉਹਦੀ ਚੋਟ ਵੀ ਨਹੀਂ ਪੈਂਦੀ, ਉਹ ਅਨੁਭਵ 'ਚ ਨਹੀਂ ਆਉਂਦਾ। ਲੇਕਿਨ ਜੇ ਅਸੀਂ ਅੰਦਰ ਜਾਣਾ ਸ਼ੁਰੂ ਕਰੀਏ ਤਾਂ ਜਿਵੇਂ ਜਿਵੇਂ ਅਸੀਂ ਅੰਦਰ ਸਰਕਾਂਗੇ, ਉਵੇਂ ਉਵੇਂ ਉਹ ਸੰਗੀਤ ਸਾਨੂੰ ਸੁਣਾਈ ਪਏਗਾ। ਪਰ ਕਿਉਂ ਅੰਦਰ ਸਰਕਣ ਨਾਲ ਕਿਉਂ ਸੁਣਾਈ ਪਏਗਾ? ਲਹਿਰ ਦੀ ਗੱਲ ਨੂੰ ਜ਼ਰਾ ਹੋਰ ਖਿਆਲ 'ਚ ਲੈ ਲਓ। ਜੇ ਇੱਕ ਲਹਿਰ ਵੀ ਉੱਠ ਕੇ ਦੇਖੇ, ਲਹਿਰ ਦੇ ਕੋਲ ਅੱਖਾਂ ਹੋਣ, ਅਤੇ ਕੋਈ ਕਠਿਨਾਈ ਨਹੀਂ ਕਿ ਲਹਿਰ ਦੇ ਕੋਲ ਅੱਖਾਂ ਹੋਣ, ਕਿਉਂਕਿ ਅਸੀਂ ਵੀ ਲਹਿਰ ਹਾਂ, ਸਾਡੇ ਕੋਲ ਅੱਖਾਂ ਹਨ। ਅਤੇ ਜੇ ਲਹਿਰ ਦੇ ਕੋਲ ਬੁੱਧੀ ਹੋਵੇ ਅਤੇ ਲਹਿਰ ਆਪਣੇ ਚਾਰ ਚੁਫੇਰੇ ਦੇਖੇ ਤਾਂ ਉਹਨੂੰ ਲਹਿਰਾਂ ਹੀ ਲਹਿਰਾਂ ਦਿਖਾਈ ਪੈਣਗੀਆਂ, ਸਾਗਰ ਨਹੀਂ ਦਿਸੇਗਾ। ਲਹਿਰ ਨੂੰ ਇਹ ਵੀ ਦਿਖਾਈ ਪਏਗਾ ਕਿ ਸਾਰੀਆਂ ਲਹਿਰਾਂ ਮੈਥੋਂ ਭਿੰਨ ਹੈ। ਯਕੀਨਨ ਕੋਈ ਲਹਿਰ ਵੱਡੀ ਹੋ ਰਹੀ ਹੈ, ਕੋਈ ਛੋਟੀ ਹੋ ਰਹੀ ਹੈ, ਕੋਈ ਮਿਟ ਰਹੀ ਹੈ, ਕੋਈ ਬਣ ਰਹੀ ਹੈ। ਇਹ ਮੇਰੀ ਲਹਿਰ ਕਿਵੇਂ ਮੰਨ ਸਕਦੀ ਹੈ ਕਿ ਮੈਂ ਲਹਿਰ ਦੇ ਨਾਲ ਇੱਕ ਹਾਂ? ਕਿਉਂਕਿ ਕੋਈ ਲਹਿਰ ਮੇਰੇ ਸਾਹਮਣੇ ਹੀ ਮਿਟ ਰਹੀ ਹੈ, ਮੈਂ ਨਹੀਂ ਮਿਟ ਰਹੀ। ਜੇ ਅਸੀਂ ਇੱਕ ਹੁੰਦੇ ਤਾਂ ਮਿਟ ਜਾਂਦੇ ਨਾਲ ਨਾਲ। ਕੋਈ ਲਹਿਰ ਉੱਠ ਰਹੀ ਹੈ, ਮੈਥੋਂ ਵੱਡੀ ਹੋ ਰਹੀ ਹੈ, ਅਸੀਂ ਇੱਕ ਨਹੀਂ ਹੋ ਸਕਦੇ। ਜੇ ਅਸੀਂ ਇੱਕ ਹੁੰਦੇ ਤਾਂ ਮੈਂ ਵੀ ਇਹਦੇ ਨਾਲ ਵੱਡੀ ਹੋ ਜਾਂਦੀ। ਯਕੀਨਨ ਹੀ ਜੇ ਲਹਿਰਾਂ ਦੇਖਣ ਚਾਰ ਚੁਫੇਰੇ ਤਾਂ ਇੱਕ ਗੱਲ ਸਾਗਰ ਨਹੀਂ ਦਿਸੇਗਾ, ਕਿਉਂਕਿ ਤਰੰਗਾਂ ਸਾਗਰ ਦੀ ਛਾਤੀ ਉੱਤੇ ਭਰੀਆਂ ਹਨ। ਅਤੇ ਦੂਜੀ ਗੱਲ, ਲਹਿਰ ਨੂੰ ਸਭ ਲਹਿਰਾਂ ਆਪ ਤੋਂ ਭਿੰਨ ਜਾਪਣਗੀਆਂ। ਤੀਜੀ ਗੱਲ, ਲਹਿਰ ਬਾਰੇ ਸਾਰੀਆਂ ਲਹਿਰਾਂ ਉਹਦੀਆਂ ਦੁਸ਼ਮਣ ਹੈ, ਉਹਨੂੰ ਮਿਟਾਉਣ ਲਈ ਉਤਸੁਕ ਹੈ, ਹਟਾਉਣ ਨੂੰ ਉਤਸੁਕ ਹੈ। ਅਜਿਹਾ ਵੀ ਪ੍ਰਤੀਤ ਹੋਏਗਾ। ਸੰਘਰਸ਼, ਮੁਕਾਬਲਾ, ਹੋੜ, ਇਹੀ ਸਾਡੇ ਨਾਲ ਹੋ ਰਿਹਾ। ਪਰ ਜੇ ਲਹਿਰ ਅੰਦਰ ਦੀ ਤਰਫ ਮੁੜੇ, ਬਾਹਰ ਵੱਲ ਅੱਖਾਂ ਬੰਦ ਕਰ ਲਏ ਅਤੇ ਅੰਦਰ ਵੱਲ ਮੁੜੇ ਤਾਂ ਕੀ ਮਿਲੇਗਾ? ਜੇ ਲਹਿਰ ਅੰਦਰ ਵੱਲ ਮੁੜੇ ਤਾਂ ਜਿਵੇਂ ਹੀ ਅੰਦਰ ਜਾਏਗੀ ਉਵੇਂ ਹੀ ਸਾਗਰ 'ਚ ਉਤਰਨ ਲੱਗੇਗੀ, ਕਿਉਂਕਿ ਲਹਿਰ ਦੇ ਅੰਦਰ ਤਾਂ ਸਾਗਰ ਹੈ ਹੀ, ਲਹਿਰ ਦੇ ਹੇਠਾਂ ਤਾਂ ਸਾਗਰ ਹੈ ਹੀ। ਲਹਿਰ ਜੇਕਰ ਆਪਣੇ ਆਪ ਨੂੰ ਬਾਹਰ ਦੇਖੇ ਤਾਂ ਲਹਿਰਾਂ ਦਿਸਦੀਆਂ, ਅੰਦਰ ਦੇਖੇ ਤਾਂ ਸਾਗਰ ਅਨੁਭਵ 'ਚ ਆਏਗਾ, ਅਤੇ ਅੰਦਰ ਦੇਖ ਕੇ ਫਿਰ ਸਾਰੀ ਹਾਲਤ ਬਦਲ ਜਾਏਗੀ। ਜੇ ਸਾਗਰ ਅਨੁਭਵ ਵਿੱਚ ਆਵੇ ਤਾਂ ਲਹਿਰ ਹੱਸੇਗੀ ਕਿ ਉਹ ਜੋ ਲਹਿਰਾਂ ਦਿਸ ਰਹੀਆਂ ਉਹ ਅਸਲੀ ਨਹੀਂ ਹੈ, ਉਹਨਾਂ ਦੇ ਅੰਦਰ ਵੀ ਉਹੀ ਸਾਗਰ ਹੈ। ਹੁਣ ਤਾਂ ਲਹਿਰ ਆਪਣੇ ਅੰਦਰ ਤੋਂ ਦੂਜੀ ਲਹਿਰ ਦੇ ਅੰਦਰ ਵੀ ਪ੍ਰਵੇਸ਼ ਕਰਕੇ ਦੇਖ ਸਕਦੀ ਹੈ, ਕਿਉਂਕਿ ਹੇਠਾਂ ਇੱਕ ਸਾਗਰ ਹੈ। ਕਿਤੇ ਕੋਈ ਰੁਕਾਵਟ ਨਹੀਂ ਹੈ, ਕਿਤੇ ਕੋਈ ਕੰਧ ਨਹੀਂ, ਕਿਤੇ ਜਾਣ 'ਚ ਕੋਈ ਅੜਚਨ ਨਹੀਂ ਹੈ। ਜੋ ਰਾਹ ਅੰਦਰ ਜਾਂਦਾ ਹੈ ਉਹ ਕਿਸੇ ਦੇ ਵੀ ਅੰਦਰ ਪ੍ਰਵੇਸ਼ ਕਰ ਸਕਦਾ ਹੈ, ਕਿਉਂਕਿ ਉਹਨੂੰ ਉਹ ਰਾਹ ਮਿਲ ਗਿਆ ਹੇਠਾਂ ਦਾ, ਅੰਤਰਗਰਭ ਦਾ, ਜਿੱਥੇ ਤੋਂ ਅਸੀਂ ਇੱਕ ਹਾਂ। ਇਹ ਜਦ ਤੁਸੀਂ ਬੁੱਧ ਜਾਂ ਮਹਾਵੀਰ ਵਰਗੇ ਵਿਅਕਤੀ ਦੇ ਕੋਲ ਜਾਂਦੇ ਹੋ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ। ਤੁਹਾਨੂੰ ਪਤਾ ਲੱਗਦਾ ਕਿ ਉਹ ਤੁਹਾਨੂੰ ਉੱਪਰ ਤੋਂ ਹੀ ਦੇਖ ਰਹੇ ਹੈ, ਲੇਕਿਨ ਉਹਨਾਂ ਦੇ ਕੋਲ ਇੱਕ ਅੰਦਰ ਦਾ ਰਾਹ ਵੀ ਹੈ, ਜਿੱਥੋਂ ਤੁਹਾਨੂੰ ਅੰਦਰ ਤੋਂ ਦੇਖ ਰਹੇ ਹੈ, ਜਿੱਥੋਂ ਤੁਹਾਨੂੰ ਉਸ ਤਰ੍ਹਾਂ ਦੇਖ ਰਿਹਾ ਜਿਵੇਂ ਤੁਸੀਂ ਵੀ ਖੁਦ ਨੂੰ ਨਹੀਂ ਦੇਖਿਆ। ਇਸ ਲਈ ਇੰਨਾ ਜ਼ੋਰ ਹੈ ਪਰੰਪਰਾਵਾਂ ਵਿੱਚ ਕਿ ਗੁਰੂ ਦੇ ਪ੍ਰਤੀ ਪੂਰਾ ਸਮਰਪਣ ਕਰ ਦੇਣ ਨਾਲ ਠੀਕ ਰਾਹ ਬਣ ਸਕਦਾ ਹੈ, ਕਿਉਂਕਿ ਤੁਸੀਂ ਆਪਣੇ ਸੰਬੰਧ ਵਿੱਚ ਜੋ ਨਹੀਂ ਜਾਣਦੇ ਉਹਨੂੰ ਵੀ ਉਹ ਤੁਹਾਡੇ ਸੰਬੰਧ ਵਿੱਚ ਜਾਣ ਸਕਦਾ ਹੈ, ਜਾਣਦਾ ਹੈ।
ਜੋ ਤੁਸੀਂ ਆਪਣੇ ਸੰਬੰਧ 'ਚ ਦੱਸਦੇ ਹੋ ਉਹ ਦੋ ਕੌਡੀ ਦਾ ਹੈ। ਜਿਹੜੀ ਤੁਸੀਂ ਆਪਣੀ ਵਾਕਫੀ ਦਿੰਦੇ ਹੋ ਉਹਦਾ ਕੋਈ ਬਹੁਤਾ ਮੁੱਲ ਨਹੀਂ, ਕਿਉਂਕਿ ਤੁਹਾਡੀ ਪਛਾਣ ਕੀ ਹੈ? ਤੁਸੀਂ ਆਪਣੀ ਲਹਿਰ ਦੀ ਉੱਪਰਲੀ ਪਰਤ ਨੂੰ ਦੇਖਿਆ। ਇਹ ਵੀ ਹੋ ਸਕਦਾ ਹੈ ਕਿ ਉਹ ਜੋ ਤੁਹਾਨੂੰ ਕਹੇ ਤੁਹਾਡੀ ਸਮਝ 'ਚ ਆ ਜਾਵੇ, ਕਿਉਂਕਿ ਉਹ ਤੁਹਾਨੂੰ ਗਹਿਰਾਈ ਤੋਂ ਦੇਖ ਰਿਹਾ, ਜਿਹਦੇ ਨਾਲ ਤੁਹਾਡਾ ਅਜੇ ਤੱਕ ਕੋਈ ਸੰਬੰਧ, ਕੋਈ ਸੰਪਰਕ ਕਾਇਮ ਨਹੀਂ ਹੋਇਆ। ਇੱਥੇ ਸਮਰਪਣ ਦਾ ਅਰਥ ਇਹ ਹੈ ਕਿ ਤੁਸੀਂ ਆਪਣੀ ਸ਼ਨਾਖਤ ਨੂੰ, ਜੋ ਤੁਸੀਂ ਜਾਣਦੇ ਹੋ, ਛੱਡਦੇ ਹੋ ਅਤੇ ਤੁਸੀਂ ਉਸ ਰਾਹ ਨਾਲ ਵਾਕਫ ਹੋਣ ਨੂੰ ਤਿਆਰ ਹੋ ਜੋ ਗੁਰੂ ਜਾਣਦਾ ਹੈ। ਤੁਸੀਂ ਇਹ ਨਹੀਂ ਜਾਣਦੇ ਜੇਕਰ ਕੋਈ ਲਹਿਰ ਆਪਣੇ ਅੰਦਰ ਚਲੀ ਜਾਵੇ ਤਾਂ ਇਹ ਦੂਜੀਆਂ ਲਹਿਰਾਂ ਦੇ ਅੰਦਰ ਵੀ ਚਲੀ ਗਈ ਤਾਂ ਉਹਨੇ ਮਹਿਸੂਸ ਕੀਤਾ ਹੋਏਗਾ ਕਿ ਲਹਿਰ ਹੋਣਾ ਬਨਾਵਟੀ ਹੈ, ਸਾਗਰ ਹੋਣਾ ਅਸਲੀ ਹੈ। ਉਹਨੂੰ ਅਨੁਭਵ ਹੋਏਗਾ ਕਿ ਦੂਜੀਆਂ ਲਹਿਰਾਂ ਮੈਥੋਂ ਭਿੰਨ ਹਨ, ਕਿੰਨੀਆਂ ਹੀ ਭਿੰਨ ਦਿਸਦੀਆਂ ਹੋਈਏ, ਅਸੀਂ ਇੱਕ ਹੀ ਸਾਗਰ ਦੀ ਖੇਡ ਹਾਂ। ਤੀਜੀ ਗੱਲ ਉਹਨੂੰ ਦਿਖਾਈ ਪਏਗੀ ਕਿ ਲਹਿਰ ਦੀ ਤਰ੍ਹਾਂ ਤਾਂ ਮੈਂ ਮਿਟ ਜਾਵਾਂਗੀ, ਲੇਕਿਨ ਸਾਗਰ ਦੀ ਤਰ੍ਹਾਂ ਮੇਰੇ ਮਿਟਣ ਦਾ ਕੋਈ ਉਪਾਅ ਨਹੀਂ ਹੈ। ਅੰਮ੍ਰਿਤ ਦਾ ਇਹੀ ਅਨੁਭਵ ਹੈ। ਅਤੇ ਜੇ ਗਿਆਨੀਆਂ ਨੇ ਕਿਹਾ ਕਿ ਆਤਮਾ ਨਹੀਂ ਮਰਦੀ ਤਾਂ ਤੁਸੀਂ ਇਹ ਨਾ ਸਮਝਣਾ ਕਿ ਤੁਸੀਂ ਨਹੀਂ ਮਰਦੇ। ਤੁਸੀਂ ਤਾਂ ਮਰੋਗੇ, ਤੁਸੀਂ ਪੈਦਾ ਹੋਏ ਹੋ, ਤੁਸੀਂ ਮਰੋਗੇ, ਆਤਮਾ ਨਹੀਂ ਮਰਦੀ। ਆਤਮਾ ਦਾ ਅਰਥ ਹੈ ਤੁਹਾਡੇ ਅੰਦਰ ਜੋ ਸਾਗਰ ਹੈ ਉਹ ਨਹੀਂ ਮਰਦਾ, ਤੁਹਾਡੇ ਅੰਦਰ ਜੋ ਲਹਿਰ ਹੈ ਉਹ ਤਾਂ ਮਰਦੀ ਹੈ, ਪਰ ਅਜੇ ਤਾਂ ਤੁਸੀਂ ਲਹਿਰ ਨੂੰ ਹੀ ਸਮਝਦੇ ਹੋ ਆਪਣੇ ਹੋਣ ਨੂੰ। ਫਿਰ ਬੜਾ ਭੁਲੇਖਾ ਪੈਂਦਾ ਹੈ ਵੀ ਲੋਕ ਪੜ੍ਹ ਲੈਂਦੇ ਹੈ ਕਿ ਆਤਮਾ ਨਹੀਂ ਮਰਦੀ ਤਾਂ ਉਹ ਸੋਚਦੇ ਆ ਕਿ ਮੈਂ ਨਹੀਂ ਮਰਾਂਗਾ। ਤੁਸੀਂ ਤਾਂ ਮਰੋਗੇ ਹੀ, ਤੁਹਾਡੇ ਬਚਣ ਦਾ ਕੋਈ ਉਪਾਅ ਨਹੀਂ ਹੈ। ਲੇਕਿਨ ਜਦ ਮੈਂ ਕਹਿੰਦਾ ਕਿ ਤੁਸੀਂ ਮਰੋਗੇ ਹੀ ਤਾਂ ਮੈਂ ਕਹਿ ਰਿਹਾ ਕਿ ਜਿਹਨੂੰ ਤੁਸੀਂ ਅਜੇ ਸਮਝਦੇ ਹੋ ਕਿ ਤੁਸੀਂ ਹੋ ਉਹ ਮਰੇਗਾ, ਪਰ ਤੁਹਾਡੇ ਅੰਦਰ ਇੱਕ ਅਜਿਹਾ ਕੇਂਦਰ ਵੀ ਹੈ ਜਿਹਨੂੰ ਤੁਸੀਂ ਪਛਾਣਦੇ ਹੀ ਨਹੀਂ, ਤੁਸੀਂ ਹੋ, ਉਹ ਨਹੀਂ ਮਰੇਗਾ। ਲਹਿਰ ਦੀ ਤਰ੍ਹਾਂ ਮੌਤ ਯਕੀਨੀ ਹੈ, ਸਾਗਰ ਦੀ ਤਰ੍ਹਾਂ ਅੰਮ੍ਰਿਤ ਯਕੀਨੀ ਹੈ। ਹੁਣ ਅਸੀਂ ਇਹਨਾਂ ਸੂਤਰਾਂ 'ਚ ਪ੍ਰਵੇਸ਼ ਕਰੀਏ। ਪੰਜਵਾਂ ਸੂਤਰ, ਸੁਣੀ ਗਈ ਸਵਰ ਮਿਠਾਸ ਨੂੰ ਆਪਣੀ ਯਾਦਦਾਸ਼ਤ 'ਚ ਅੰਕਿਤ ਕਰੋ। ਜਦ ਤੱਕ ਤੁਸੀਂ ਸਿਰਫ ਮਨੁੱਖ ਹੋ ਤਦ ਤੱਕ ਉਸ ਮਹਾਂਗੀਤ ਦੇ ਕੁਝ ਅੰਸ਼ ਹੀ ਤੁਹਾਡੇ ਕੰਨਾਂ 'ਚ ਪਹੁੰਚਦੇ ਆ। ਜੇ ਤੁਸੀਂ ਉਹਨਾਂ ਨੂੰ ਧਿਆਨ ਦੇ ਕੇ ਸੁਣਦੇ ਹੋ ਤਾਂ ਉਹਨਾਂ ਨੂੰ ਠੀਕ ਠੀਕ ਚੇਤੇ ਰੱਖੋ, ਤਾਂ ਜੋ ਕੁਝ ਵੀ ਤੁਹਾਡੇ ਤੱਕ ਪਹੁੰਚਿਆ ਉਹ ਖੋ ਨਾ ਜਾਵੇ, ਅਤੇ ਉਸ ਨਾਲ ਉਹ ਰਹੱਸ ਦਾ ਭਾਵ ਸਮਝਣ ਦੀ ਕੋਸ਼ਿਸ਼ ਕਰੋ ਜਿਸ ਰਹੱਸ ਨੇ ਤੁਹਾਨੂੰ ਚਾਰ ਚੁਫੇਰੇ ਤੋਂ ਘੇਰਿਆ ਹੋਇਆ। ਇੱਕ ਸਮਾਂ ਆਏਗਾ ਜਦ ਤੁਹਾਨੂੰ ਕਿਸੇ ਗੁਰੂ ਦੀ ਲੋੜ ਨਹੀਂ ਪਏਗੀ, ਕਿਉਂਕਿ ਜਿਸ ਤਰ੍ਹਾਂ ਵਿਅਕਤੀ ਅੰਦਰ ਬਾਣੀ ਦੀ ਸ਼ਕਤੀ ਹੈ ਉਸੇ ਤਰ੍ਹਾਂ ਉਹ ਸਰਵ ਵਿਆਪੀ ਵਿੱਚ ਵੀ ਇਹ ਸ਼ਕਤੀ ਹੈ ਜਿਸ ਵਿੱਚ ਵਿਅਕਤੀ ਦਾ ਵਜੂਦ ਹੈ। ਸੁਣੀ ਗਈ ਸੁਰ ਮਿਠਾਸ ਨੂੰ ਆਪਣੀ ਯਾਦਦਾਸ਼ਤ ਵਿੱਚ ਅੰਕਿਤ ਕਰੋ। ਯਕੀਨਨ ਹੀ ਉਸ ਮਹਾਂ ਸੰਗੀਤ ਨੂੰ ਪੂਰਾ ਨਹੀਂ ਸੁਣਿਆ ਜਾ ਸਕਦਾ। ਹੁਣ ਜਿਵੇਂ ਤੁਸੀਂ ਹੋ ਉੱਥੋਂ ਪੂਰਾ ਸੰਗੀਤ ਨਹੀਂ ਸੁਣਿਆ ਜਾ ਸਕਦਾ। ਉਸ ਪੂਰੇ ਸੰਗੀਤ ਨੂੰ ਸੁਣਨ ਲਈ ਤੁਹਾਨੂੰ ਹੌਲੀ ਹੌਲੀ ਅੰਦਰ ਲੈਅਬੱਧ ਹੋਣਾ ਪਏਗਾ, ਕਿਉਂਕਿ ਬਰਾਬਰ ਦਾ ਹੀ ਬਰਾਬਰ ਦਾ ਅਨੁਭਵ ਕਰ ਸਕਦਾ ਹੈ। ਇਸ ਮਹਾਂ ਸੂਤਰ ਨੂੰ ਹਮੇਸ਼ਾ ਯਾਦ ਰੱਖੋ ਕਿ ਬਰਾਬਰ ਹੀ ਬਰਾਬਰ ਦਾ ਅਨੁਭਵ ਕਰ ਸਕਦਾ ਹੈ। ਜੋ ਤੁਸੀਂ ਇਸ ਮਹਾਂ ਸੰਗੀਤ ਨੂੰ ਸੁਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਖੁਦ ਵੀ ਸੰਗੀਤ ਪੂਰਨ ਹੋ ਜਾਣਾ ਪਏਗਾ। ਜੇ ਤੁਸੀਂ ਉਸ ਮਹਾਂਪ੍ਰਕਾਸ਼ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਪ੍ਰਕਾਸ਼ ਪੂਰਨ ਹੋ ਜਾਣਾ ਪਏਗਾ। ਅਤੇ ਜੇ ਤੁਸੀਂ ਉਸ ਅੰਮ੍ਰਿਤ ਦਾ ਅਨੁਭਵ ਕਰਨਾ ਹੈ ਤਾਂ ਤੁਹਾਨੂੰ ਮੌਤ ਦੇ ਭੈ ਤੋਂ ਪਾਰ ਜਾਣਾ ਪਏਗਾ। ਤੁਸੀਂ ਜਿਹਨੂੰ ਜਾਣਨਾ ਚਾਹੁੰਦੇ ਹੋ ਉਹ ਜਿਹਾ ਹੀ ਤੁਹਾਨੂੰ ਹੋਣਾ ਪਏਗਾ, ਕਿਉਂਕਿ ਬਰਾਬਰ ਨੂੰ ਜਾਣਿਆ ਜਾ ਸਕਦਾ ਹੈ, ਨਾ ਬਰਾਬਰ ਨੂੰ ਜਾਣਨ ਦਾ ਕੋਈ ਉਪਾਅ ਨਹੀਂ। ਇਸ ਲਈ ਪੁਰਾਣੇ ਅਨੁਭਵੀਆਂ ਨੇ ਕਿਹਾ ਕਿ ਜੋ ਅੱਖ ਤੁਹਾਡੇ ਅੰਦਰ ਹੈ ਸੂਰਜ ਦਾ ਹਿੱਸਾ ਹੈ, ਇਸ ਲਈ ਤੁਸੀਂ ਪ੍ਰਕਾਸ਼ ਨੂੰ ਵੇਖ ਪਾਉਂਦੇ ਹੋ। ਕੰਨ ਤੁਹਾਡੇ ਅੰਦਰ ਆਵਾਜ਼ ਦਾ ਹੀ ਹਿੱਸਾ ਹੈ, ਇਸ ਲਈ ਤੁਸੀਂ ਸੁਣ ਪਾਉਂਦੇ ਹੋ। ਕਾਮ ਵਾਸਨਾ ਤੁਹਾਡੇ ਅੰਦਰ ਪ੍ਰਿਥਵੀ ਦਾ ਹੀ ਹਿੱਸਾ ਹੈ, ਇਸ ਲਈ ਹੇਠਾਂ ਵੱਲ ਨੂੰ ਤੁਹਾਨੂੰ ਖਿੱਚਦੀ ਹੈ। ਧਿਆਨ ਤੁਹਾਡੇ ਅੰਦਰ ਪਰਮਾਤਮਾ ਦਾ ਅੰਸ਼ ਹੈ, ਇਸ ਲਈ ਪਰਮਾਤਮਾ ਵੱਲ ਲੈ ਜਾਂਦਾ ਹੈ। ਧਿਆਨ ਰੱਖਣਾ, ਜੋ ਜਿਸ ਨਾਲ ਜੁੜਿਆ ਉਸੇ ਦਾ ਯਾਤਰਾ ਪਥ ਬਣ ਜਾਂਦਾ ਹੈ। ਜੇ ਤੁਸੀਂ ਉਸ ਮਹਾਂ ਸੰਗੀਤ ਨੂੰ ਸੁਣਨਾ ਚਾਹੁੰਦੇ ਹੋ ਤਾਂ ਉਵੇਂ ਹੀ ਜਿਵੇਂ ਦੇ ਕੇ ਤੁਸੀਂ ਹੋ ਤਾਂ ਨਹੀਂ ਸੁਣ ਸਕੋਗੇ, ਕਿਉਂਕਿ ਤੁਸੀਂ ਇੰਨੇ ਅਸੰਗੀਤ ਨਾਲ ਭਰੇ ਹੋ। ਤੁਹਾਡੀ ਜ਼ਿੰਦਗੀ ਇੰਨੀ ਸਵਰ ਮਿਠਾਸ ਤੋਂ ਹੀਣ ਹੈ, ਤੁਹਾਡੇ ਅੰਦਰ ਦਾ ਉਪੱਧਰ ਬਹੁਤ ਹੈ, ਲੈਅਬੱਧਤਾ ਜ਼ਰਾ ਵੀ ਨਹੀਂ ਹੈ। ਤੁਹਾਡੇ ਉੱਠਣ 'ਚ, ਬੈਠਣ 'ਚ, ਤੁਰਨ 'ਚ, ਸੋਚਣ 'ਚ ਇੱਕ ਭੀੜ ਭੜੱਕਾ ਹੈ, ਸ਼ੋਰ ਸ਼ਰਾਬਾ ਹੈ। ਜਿਵੇਂ ਕਿ ਤੁਸੀਂ ਇੱਕ ਬਾਜ਼ਾਰ ਦੀ ਸੜਕ ਹੋ ਜਿਸ ਉੱਤੇ ਪਤਾ ਨਹੀਂ ਕੀ ਚੱਲ ਰਿਹਾ ਹੈ, ਜਿਸ 'ਚ ਕੋਈ ਵਿਵਸਥਾ ਨਹੀਂ ਹੈ, ਅਰਾਜਕਤਾ ਹੈ। ਇਸ ਅਰਾਜਕਤਾ ਦੀ ਹਾਲਤ 'ਤੇ ਜੇ ਤੁਸੀਂ ਚਾਹੋ ਕਿ ਉਸ ਮਹਾਂ ਸੰਗੀਤ ਨੂੰ ਸੁਣ ਲਓਗੇ ਤਾਂ ਅਸੰਭਵ ਹੈ, ਪਰ ਜੇ ਤੁਸੀਂ ਜ਼ਰਾ ਕੋਸ਼ਿਸ਼ ਕਰੋ ਤਾਂ ਉਹਦੇ ਹਿੱਸੇ ਸੁਣਾਈ ਪੈ ਸਕਦੇ ਆ, ਕਿਉਂਕਿ ਤੁਸੀਂ ਭਾਵੇਂ ਕਿੰਨੀ ਅਰਾਜਕਤਾ 'ਚ ਹੋ ਤੁਸੀਂ ਜਿਉਂਦੇ ਹੋ। ਇਹੀ ਇਸ ਗੱਲ ਦੀ ਖਬਰ ਹੈ ਕਿ ਕੁਛ ਨਾ ਕੁਛ ਲੈ ਤੁਹਾਡੇ ਅੰਦਰ ਹੀ ਹੋਏਗੀ।
ਨਹੀਂ ਤਾਂ ਤੁਸੀਂ ਜੀ ਨਹੀਂ ਸਕਦੇ, ਤੁਸੀਂ ਟੁੱਟ ਜਾਂਦੇ, ਖਿੰਡ ਜਾਂਦੇ। ਜੇਕਰ ਸੱਚਮੁੱਚ ਹੀ ਤੁਹਾਡੀ ਭੀੜ ਇੰਨੀ ਵੱਡੀ ਹੋ ਗਈ ਹੈ ਕਿ ਤੁਹਾਡੇ ਅੰਦਰ ਉਸ ਭੀੜ ਨੂੰ ਜੋੜਨ ਵਾਲਾ ਕੋਈ ਵੀ ਨਹੀਂ ਬਚਿਆ, ਤਾਂ ਤੁਸੀਂ ਹਿੱਸਾ ਹੋ ਕੇ ਢਹਿ ਢੇਰੀ ਹੋ ਜਾਓਗੇ। ਉਸ ਮਕਾਨ ਦੀ ਤਰ੍ਹਾਂ ਜਿਸ ਦੀਆਂ ਇੱਟਾਂ ਦੇ ਵਿਚਕਾਰਲਾ ਸਾਰਾ ਜੋੜ ਖੋ ਗਿਆ ਅਤੇ ਤੁਸੀਂ ਧਰਤੀ ਨਾਲ ਇੱਕ ਹੋ ਜਾਓਗੇ। ਪਰ ਤੁਸੀਂ ਜਿਉਂਦੇ ਹੋ, ਮਿਟ ਨਹੀਂ ਗਏ ਹੋ, ਮਿੱਟੀ 'ਚ ਨਹੀਂ ਮਿਲ ਗਏ ਹੋ। ਇਸ ਲਈ ਭਾਵੇਂ ਕਿੰਨਾ ਹੀ ਉਹ ਪੱਧਰ ਤੁਹਾਡੇ ਅੰਦਰ ਹੋਵੇ, ਕਿੰਨੇ ਹੀ ਸੁਰਾਂ ਦੇ ਵਿਚਾਲੇ ਤਣਾਅ ਹੋਵੇ, ਕਿੰਨੇ ਹੀ ਸੁਰਾਂ ਦੇ ਵਿੱਚ ਸੰਘਰਸ਼ ਹੋਣ, ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼ ਤੁਹਾਨੂੰ ਜੋੜ ਦੇਗੀ। ਨਹੀਂ ਤਾਂ ਤੁਸੀਂ ਹੋ ਕਿਵੇਂ ਸਕਦੇ ਹੋ? ਕਿਸੇ ਨਾ ਕਿਸੇ ਚੀਜ਼ ਨੇ ਤੁਹਾਨੂੰ ਬੰਨ੍ਹਿਆ ਹੋਏਗਾ। ਕਿਤੇ ਨਾ ਕਿਤੇ ਕੁਝ ਨਾ ਕੁਝ ਸੰਗੀਤ ਤੁਹਾਡੇ ਇਸ ਉਪੱਧਰ ਵਿੱਚ ਮੌਜੂਦ ਹੋਏਗਾ, ਭਾਵੇਂ ਕਦੇ ਉਹਦੀ ਝਲਕ ਮਿਲਦੀ ਹੋਵੇ। ਕਿਸੇ ਦਿਨ ਸੂਰਜ ਉਗਦਾ ਵੇਖ ਕੇ ਤੁਹਾਡੇ ਅੰਦਰ ਸ਼ਾਂਤੀ ਦੀ ਲਹਿਰ ਦੌੜ ਜਾਂਦੀ ਹੈ, ਜਾਂ ਕਿਸੇ ਦਿਨ ਰਾਤੀ ਅਸਮਾਨ 'ਚ ਤਾਰੇ ਭਰੇ ਹੋਣ ਅਤੇ ਤੁਸੀਂ ਕਿਸੇ ਦੇ ਪ੍ਰੇਮ ਛਿੰਨ 'ਚ ਜਾਂ ਕਿਸੇ ਸੰਗੀਤ ਨੂੰ ਸੁਣ ਕੇ ਜਾਂ ਕਿਸੇ ਨਿਰਤਕ ਨੂੰ ਨੱਚਦਾ ਵੇਖ ਕੇ ਤੁਹਾਡੇ ਅੰਦਰ ਵੀ ਕੁਝ ਨਾਚ ਬਣ ਸਕਦਾ। ਕਿਤੇ ਕਿਤੇ ਛਿਣ ਵਿੱਚ ਤੁਹਾਨੂੰ ਵੀ ਇੱਕ ਝਲਕ ਸੰਗੀਤ ਦੀ ਮਿਲਦੀ ਹੈ। ਇਸ ਝਲਕ ਨੂੰ ਹੀ ਕਦੇ ਤੁਸੀਂ ਸੁੱਖ ਕਹਿੰਦੇ ਹੋ, ਉਸੇ ਝਲਕ ਨੂੰ ਕਦੇ ਤੁਸੀਂ ਸ਼ਾਂਤੀ ਕਹਿੰਦੇ ਹੋ, ਉਸੇ ਝਲਕ ਨੂੰ ਕਦੇ ਤੁਸੀਂ ਰਸ ਕਹਿੰਦੇ ਹੋ। ਤੁਸੀਂ ਬਹੁਤ ਨਾਂ ਦਿੱਤੇ ਹੈ, ਲੇਕਿਨ ਉਹ ਝਲਕ ਇਸੇ ਗੱਲ ਦੀ ਹੈ ਕਿ ਬਾਹਰ ਦੀ ਕਿਸੇ ਘਟਨਾ ਦੀ ਮੌਜੂਦਗੀ ਵਿੱਚ ਅੰਦਰ ਤੁਸੀਂ ਬੱਝ ਜਾਂਦੇ ਹੋ। ਤੁਹਾਡਾ ਉਪੱਧਰ ਇੱਕ ਪਲ 'ਚ ਖੋ ਜਾਂਦਾ ਹੈ। ਤੁਹਾਡੇ ਅੰਦਰ ਸਵਰ ਇੱਕ ਛਿਣ ਲਈ ਮਿਲ ਜਾਂਦਾ ਹੈ, ਲਹਿਰਾਂ ਇੱਕ ਛਿਣ ਨੂੰ ਸਾਗਰ ਹੋ ਜਾਂਦੀਆਂ। ਤੁਹਾਡੇ ਅੰਦਰ ਜਿਵੇਂ ਇੱਕ ਦੁਆਰ ਖੁੱਲ੍ਹ ਜਾਂਦਾ ਹੈ, ਪਲ ਭਰ ਲਈ ਸਹੀ ਇੱਕ ਝਲਕ ਮਿਲਦੀ ਹੈ, ਜਗਤ ਹੋਰ ਹੋ ਜਾਂਦਾ ਹੈ। ਇਹ ਸੰਭਾਵਨਾ ਹੈ, ਹਿੱਸਾ ਹੀ ਤੁਹਾਨੂੰ ਅਨੁਭਵ 'ਚ ਆਏਗਾ, ਬਹੁਤ ਦੂਰ ਦੀ ਆਵਾਜ਼ ਤੁਹਾਨੂੰ ਸੁਣਾਈ ਪਏਗੀ। ਇਸ ਲਈ ਇਹ ਪੰਜਵਾਂ ਸੂਤਰ ਕਹਿੰਦਾ ਹੈ ਕਿ ਸੁਣੀ ਗਈ ਸਵਰ ਮਿਠਾਸ ਨੂੰ ਆਪਣੀ ਯਾਦਦਾਸ਼ਤ ਵਿੱਚ ਅੰਕਿਤ ਕਰੋ। ਤੁਹਾਡੀ ਜ਼ਿੰਦਗੀ 'ਚ ਜੋ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਹੋਣ, ਜਦ ਤੁਸੀਂ ਸੰਗੀਤ ਦਾ, ਰਸ ਦਾ, ਲੈਅ ਦਾ ਅਨੁਭਵ ਕੀਤਾ ਹੋਏ, ਤਾਂ ਉਹਨਾਂ ਨੂੰ ਆਪਣੀ ਯਾਦਦਾਸ਼ਤ ਵਿੱਚ ਸੰਜੋਵੋ, ਉਹਨਾਂ ਨੂੰ ਖੋ ਨਾ ਜਾਣ ਦਿਓ। ਈਸਾਈਆਂ ਦੀ ਇੱਕ ਪੁਰਾਣੀ ਸੰਪਰਦਾ ਸੀ ਈਸੇਨ, ਜਿਸ 'ਚ ਈਸਾ ਨੂੰ ਦੇਖਿਆ ਮਿਲੀ ਸੀ। ਉਸ ਸੰਪਰਦਾ ਦਾ ਇੱਕ ਧਿਆਨ ਮਾਰਗ ਸੀ, ਅਤੇ ਉਹ ਧਿਆਨ ਮਾਰਗ ਇਹ ਸੀ ਕਿ ਤੁਹਾਡੀ ਜ਼ਿੰਦਗੀ 'ਚ ਕਦੇ ਵੀ ਕੋਈ ਅਜਿਹਾ ਛਿਣ ਵਾਪਰਿਆ ਹੋਵੇ ਜਿਸ ਛਿਣ 'ਚ ਵਿਚਾਰ ਨਾ ਰਹੇ ਹੋਣ ਅਤੇ ਤੁਸੀਂ ਆਨੰਦ ਨਾਲ ਭਰ ਗਏ ਹੋ, ਤਾਂ ਉਸੇ ਛਿਣ ਨੂੰ ਮੁੜ ਯਾਦ ਕਰਕੇ ਉਸ ਉੱਤੇ ਧਿਆਨ ਦਿਓ। ਉਹ ਛਿਣ ਕੋਈ ਵੀ ਰਿਹਾ ਹੋਵੇ, ਉਹਨੂੰ ਬਾਰ-ਬਾਰ ਚੇਤੇ ਕਰਕੇ ਉਸ ਉੱਤੇ ਧਿਆਨ ਕਰੋ, ਕਿਉਂਕਿ ਉਸੇ ਛਿਣ 'ਚ ਤੁਸੀਂ ਆਪਣੀ ਸ੍ਰੇਸ਼ਟ ਉੱਚਾਈ ਉੱਤੇ ਸੀ। ਜਿੱਥੋਂ ਤੱਕ ਤੁਸੀਂ ਹੁਣ ਤੱਕ ਜਾ ਚੁੱਕੇ ਹੋ, ਉਹਨੂੰ ਖੋਦੋ, ਉਹ ਥਾਂ 'ਤੇ ਮਿਹਨਤ ਕਰੋ। ਸਭ ਦੀ ਜ਼ਿੰਦਗੀ 'ਚ ਅਜਿਹਾ ਕੋਈ ਛਿਣ ਹੈ, ਉਸੇ ਦੀ ਆਸ 'ਚ ਆਦਮੀ ਜੀਵੀ ਚਲਿਆ ਜਾਂਦਾ ਹੈ। ਸ਼ਾਇਦ ਉਹ ਛਿਣ ਫੇਰ ਆਵੇ, ਉਸੇ ਦੇ ਭਰੋਸੇ ਜੀਵੀ ਚਲਿਆ ਜਾਂਦਾ ਹੈ। ਸ਼ਾਇਦ ਉਹ ਛਿਣ ਹੋਰ ਗਹਿਰਾ ਹੋ ਜਾਏ। ਅਜਿਹਾ ਬੰਦਾ ਲੱਭਣਾ ਮੁਸ਼ਕਿਲ ਹੈ ਜਿਹਦੀ ਜ਼ਿੰਦਗੀ 'ਚ ਇੱਕ ਅੱਧੀ ਯਾਦ ਅਜਿਹੀ ਨਾ ਹੋਵੇ। ਕਦੇ ਕਦੇ ਤਾਂ ਬਹੁਤ ਨਿਗੂਣੇ ਕਾਰਨਾਂ 'ਚ ਅਜਿਹੀ ਘਟਨਾ ਵਾਪਰ ਜਾਂਦੀ ਹੈ। ਕਦੇ ਤੁਸੀਂ ਜਾ ਰਹੇ ਹੋ, ਸੂਰਜ ਦੀਆਂ ਕਿਰਨਾਂ ਤੁਹਾਡੇ ਸਿਰ 'ਤੇ ਪੈ ਰਹੀਆਂ, ਅਚਾਨਕ ਤੁਸੀਂ ਪਾਉਂਦੇ ਹੋ, ਤੁਸੀਂ ਸ਼ਾਂਤ ਹੋ, ਤੁਸੀਂ ਕੁਝ ਕੀਤਾ ਨਹੀਂ, ਅਚਨਚੇ ਤੁਸੀਂ ਉਸ ਥਾਂ 'ਤੇ ਆ ਗਏ ਹੋ ਜਿੱਥੇ ਟਿਊਨਿੰਗ ਹੋ ਗਈ ਹੈ। ਕਦੇ ਬਹੁਤ ਸਧਾਰਨ ਜਿਹੀਆਂ ਘਟਨਾਵਾਂ 'ਚ ਤੁਸੀਂ ਆਪਣੇ ਬਿਸਤਰੇ 'ਤੇ ਪਏ ਹੋ, ਸਵੇਰੇ ਤੁਹਾਡੀ ਅੱਖ ਖੁੱਲ੍ਹੀ ਹੈ, ਅਚਾਨਕ ਤੁਸੀਂ ਪਛਾਣ ਵੀ ਨਹੀਂ ਪਾਉਂਦੇ ਤੁਸੀਂ ਕੌਣ ਹੋ। ਉਹ ਜਿਹੜਾ ਬੰਦਾ ਰਾਤੀ ਸੁੱਤਾ ਸੀ, ਉਪੱਧਰ, ਪਰੇਸ਼ਾਨੀ, ਚਿੰਤਾ ਨਾਲ ਭਰਿਆ, ਉਹ ਨਹੀਂ। ਇੱਕ ਪਲ ਤਾਂ ਤੁਹਾਨੂੰ ਇਹ ਵੀ ਸਮਝ ਨਹੀਂ ਆਉਂਦਾ ਤੁਸੀਂ ਕਿੱਥੇ ਹੋ। ਤੁਸੀਂ ਇੱਕਦਮ ਸ਼ਾਂਤ ਹੋ, ਤੁਸੀਂ ਇੰਨੇ ਸ਼ਾਂਤ ਹੋ ਕਿ ਖੁਦ ਦੀ ਆਪਣੀ ਪਛਾਣ ਭੁੱਲ ਗਏ ਹੋ। ਕਿਸੇ ਕਾਰਨਾਂ 'ਚ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ। ਤੁਹਾਡੇ ਅੰਦਰ ਜ਼ਿੰਦਗੀ ਚੱਲਦੀ ਰਹਿੰਦੀ ਹੈ। ਕਦੇ ਤੁਹਾਡੇ ਅਣਜਾਣੇ ਤੁਹਾਡੇ ਅੰਦਰ ਦੇ ਹਿੱਸੇ ਇਕੱਠੇ ਹੋ ਜਾਂਦੇ ਹੈ ਸੰਯੋਗ ਵਸ, ਅਤੇ ਤਦ ਕੋਈ ਵੀ ਘੜੀ ਬਾਹਰ ਮੌਜੂਦ ਹੈ, ਤੁਸੀਂ ਅਚਾਨਕ ਸ਼ਾਂਤ ਹੋ ਜਾਂਦੇ ਹੋ। ਇਹਨਾਂ ਯਾਦਾਂ ਨੂੰ ਸੰਜੋਵੋ। ਫਿਰ ਜੇ ਤੁਸੀਂ ਧਿਆਨ ਕਰ ਰਹੇ ਹੋ ਤਾਂ ਅਜਿਹੀਆਂ ਯਾਦਾਂ ਵੱਧਦੀਆਂ ਚਲੀਆਂ ਜਾਣਗੀਆਂ। ਇਹਨਾਂ ਯਾਦਾਂ ਨੂੰ ਇਕੱਠੀਆਂ ਕਰੋ, ਇਹਨਾਂ ਨੂੰ ਹਿਰਦੇ ਦੇ ਇੱਕ ਕੋਨੇ 'ਚ ਜਮ੍ਹਾਂ ਕਰਦੇ ਜਾਓ, ਤਾਂ ਜੋ ਗਹਿਰੀਆਂ ਹੋ ਜਾਣ, ਅਤੇ ਸਾਰੀਆਂ ਯਾਦਾਂ ਜਿਹੜੀਆਂ ਤੁਹਾਡੀ ਜ਼ਿੰਦਗੀ 'ਚ ਇਸ ਆਨੰਦ ਵਿੱਚ ਵਾਪਰੀਆਂ, ਜਦ ਤੁਸੀਂ ਸੰਗੀਤ ਜਾਣਿਆ ਹੋਵੇ, ਉਹਨਾਂ ਸਭ ਨੂੰ ਕੋਲ ਲੈ ਜਾਓ, ਉਹਨਾਂ ਨੂੰ ਇਕਾਗਰ ਕਰ ਦਿਓ ਇੱਕ ਬਿੰਦੂ ਉੱਤੇ, ਤਾਂ ਜੋ ਇਹਨਾਂ ਸਭ ਦੇ ਆਸਰੇ ਤੁਸੀਂ ਅੱਗੇ ਵੱਧ ਸਕੋ। ਅਜੇ ਤੁਹਾਨੂੰ ਵੱਖ-ਵੱਖ ਹਿੱਸੇ ਮਿਲਣਗੇ, ਤੁਸੀਂ ਉਹਨਾਂ ਨੂੰ ਇਕੱਠੇ ਕਰਦੇ ਜਾਣਾ। ਕਦੇ ਇਹ ਹਿੱਸੇ ਇਕੱਠੇ ਹੁੰਦੇ ਜਾਣਗੇ, ਫਿਰ ਵੱਡੇ ਹਿੱਸਿਆਂ ਦੇ ਮਿਲਣ 'ਤੇ ਸੰਭਾਵਨਾ ਵੱਧਦੀ ਜਾਏਗੀ। ਇਉਂ ਹੌਲੀ-ਹੌਲੀ ਇੱਕ ਇੱਟ ਰੱਖ ਕੇ ਇੱਕ ਭਵਨ ਖੜ੍ਹਾ ਹੋਏਗਾ। ਜਿਸ ਦਿਨ ਤੁਸੀਂ ਉਸ ਮਹਾਂ ਸੰਗੀਤ ਨੂੰ ਸੁਣ ਸਕੋਗੇ, ਜਿਸ ਨੂੰ ਜੀਵਨ ਦਾ ਸੰਗੀਤ ਕਿਹਾ ਜਾ ਸਕਦਾ ਹੈ। ਲੇਕਿਨ ਆਦਮੀ ਬਹੁਤ ਉਲਟਾ ਹੈ। ਅਸੀਂ ਦੁੱਖ ਦੀ ਯਾਦ ਸੰਜੋਨੇ ਹਾਂ, ਅਸੀਂ ਦੁੱਖ 'ਚ ਬੜਾ ਰਸ ਲੈਂਦੇ ਹਾਂ, ਅਸੀਂ ਬਾਰ-ਬਾਰ ਦੁੱਖ ਦੀ ਚਰਚਾ ਕਰਦੇ ਹਾਂ। ਲੋਕਾਂ ਦੀਆਂ ਗੱਲਾਂ ਸੁਣੋ, ਉਹ ਆਪਣਾ ਦੁੱਖ ਰੋਂਦੇ ਆ, ਸੁਖੀ ਕੋਈ ਵੀ ਨਹੀਂ ਦਿਸਦਾ। ਦੁਖੀ ਲੋਕ ਰੋਂਦੇ ਆ, ਤਦੇ ਤਾਂ ਭਾਸ਼ਾ 'ਚ ਸ਼ਬਦ ਹੀ ਨਹੀਂ ਹੈ ਕਿ ਫਲਾਣਾ ਬੰਦਾ ਸੁੱਖ 'ਚ ਹੱਸ ਰਿਹਾ।
ਭਾਸ਼ਾ 'ਚ ਸ਼ਬਦ ਇਹ ਹੈ ਕਿ ਫਲਾਣਾ ਬੰਦਾ ਦੁੱਖ 'ਚ ਰੋ ਰਿਹਾ। ਲੋਕ ਆਪਣੇ ਦੁੱਖ ਇੱਕ ਦੂਜੇ ਨੂੰ ਦੱਸਦੇ ਰਹਿੰਦੇ ਆ, ਜਿਵੇਂ ਕਿ ਦੁੱਖ ਕੁਝ ਦੱਸਣ ਯੋਗ ਹੈ, ਜਿਵੇਂ ਕਿ ਦੁੱਖ ਕੋਈ ਵੱਡੀ ਘਟਨਾ ਹੈ, ਕੋਈ ਤੁਸੀਂ ਮਹਾਨ ਕੰਮ ਕੀਤਾ ਹੈ ਕਿ ਤੁਸੀਂ ਦੁਖੀ ਹੋ। ਪਰ ਕਿਉਂ ਬੰਦਾ ਦੁੱਖ ਦੀ ਇੰਨੀ ਚਰਚਾ ਕਰਦਾ ਹੈ? ਉਹਨੂੰ ਪਤਾ ਨਹੀਂ ਕਿ ਉਹ ਆਪਣਾ ਆਤਮਘਾਤ ਕਰ ਰਿਹਾ ਹੈ, ਕਿਉਂਕਿ ਦੁੱਖ ਦੀ ਚਰਚਾ ਨਾਲ ਦੁੱਖ ਘਣਾ ਹੋ ਜਾਂਦਾ ਹੈ, ਦੁੱਖ ਦੀ ਚਰਚਾ ਨਾਲ ਦੁੱਖ ਇਕੱਠਾ ਹੋ ਜਾਂਦਾ ਹੈ, ਦੁੱਖ ਦੀ ਚਰਚਾ ਨਾਲ ਦੁੱਖ 'ਤੇ ਧਿਆਨ ਵੰਡਿਆ ਜਾਂਦਾ ਹੈ, ਧਿਆਨ ਵੱਜ ਜਾਂਦਾ ਹੈ। ਦੁੱਖ ਦੀ ਚਰਚਾ ਨਾਲ ਦੁੱਖ ਸੰਘਣਾ ਹੁੰਦਾ ਹੈ ਅਤੇ ਨਵੇਂ ਦੁੱਖ ਨੂੰ ਪੈਦਾ ਕਰਦਾ ਹੈ, ਕਿਉਂਕਿ ਤੁਸੀਂ ਦੁੱਖ ਸੰਜੋਂਦੇ ਹੋ, ਉਹਨੂੰ ਜਾਣਨ 'ਚ ਸਮਰੱਥ ਹੁੰਦੇ ਚਲੇ ਜਾਂਦੇ ਹੋ। ਸੁੱਖ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ, ਸੁੱਖ ਨੂੰ ਅਸੀਂ ਛੱਡ ਕੇ ਹੀ ਚੱਲਦੇ ਹਾਂ। ਉਂਝ ਸੁੱਖ ਹੈ ਵੀ ਘੱਟ, ਪਰ ਉਹਦੇ ਘੱਟ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਸੁੱਖ ਨੂੰ ਇਕੱਠਾ ਨਹੀਂ ਕਰ ਰਹੇ, ਦੁੱਖ ਨੂੰ ਅਸੀਂ ਇਕੱਠਾ ਕਰ ਰਹੇ ਹਾਂ। ਪਰ ਕਿਉਂ? ਆਦਮੀ ਦੁੱਖ ਦੀ ਚਰਚਾ ਕਿਉਂ ਕਰਦਾ ਹੈ? ਉਹਦੇ ਕਾਰਨ ਹੈ। ਕੋਈ ਵੀ ਆਦਮੀ ਦੁੱਖ ਦੀ ਚਰਚਾ ਕਰਦਾ ਹੈ, ਉਹਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਉਹ ਦੂਜੇ ਦੀ ਹਮਦਰਦੀ ਚਾਹੁੰਦਾ ਹੈ, ਦੂਜੇ ਦਾ ਪ੍ਰੇਮ ਚਾਹੁੰਦਾ ਹੈ। ਸੁੱਖ ਦੀ ਚਰਚਾ ਇਸ ਲਈ ਨਹੀਂ ਕਰਦਾ, ਸੁੱਖ ਨਾਲ ਕੋਈ ਹਮਦਰਦੀ ਨਹੀਂ ਕਰਦਾ। ਸੁਖੀ ਬੰਦੇ ਨਾਲ ਲੋਕ ਈਰਖਾ ਕਰਦੇ ਆ, ਪ੍ਰੇਮ ਨਹੀਂ ਕਰਦੇ, ਇਸ ਭੈ ਕਰਕੇ ਕਿ ਦੂਜੇ ਈਰਖਾ ਕਰਨਗੇ, ਇਸ ਭੈ ਕਾਰਨ ਕਿ ਕੋਈ ਹਮਦਰਦੀ ਨਹੀਂ ਕਰੇਗਾ। ਆਦਮੀ ਦੁੱਖ ਦੀ ਚਰਚਾ ਕਰਦਾ ਹੈ। ਆਦਮੀ ਹਮਦਰਦੀ ਦਾ ਪਿਆਸਾ ਹੈ, ਪ੍ਰੇਮ ਦਾ ਪਿਆਸਾ ਹੈ। ਪਰ ਧਿਆਨ ਰਹੇ, ਦੁੱਖ ਸੁਣ ਕੇ ਜਿਹੜੀ ਹਮਦਰਦੀ ਕੀਤੀ ਜਾਂਦੀ ਹੈ ਉਹ ਪ੍ਰੇਮ ਨਹੀਂ ਹੈ। ਦੁੱਖ ਸੁਣ ਕੇ ਜੋ ਦਇਆ ਪ੍ਰਗਟ ਕੀਤੀ ਜਾਂਦੀ ਹੈ ਉਹ ਤੁਹਾਡੀ ਦੀਨਤਾ ਦਾ ਸਵੀਕਾਰ ਹੈ। ਲੇਕਿਨ ਇਸ ਤਰ੍ਹਾਂ ਤੁਸੀਂ ਹੋਰ ਦੀਨ ਹੁੰਦੇ ਚਲੇ ਜਾਓਗੇ। ਜੇ ਇੱਕ ਹੀ ਰਸ ਬਣਾ ਲਿਆ ਅਤੇ ਆਪਣੀ ਜੀਵਨ ਦੀ ਹਮਦਰਦੀ ਪਾਉਣਾ, ਤਾਂ ਫਿਰ ਤੁਸੀਂ ਝੂਠੇ ਦੁੱਖ ਦੀ ਵੀ ਕਲਪਨਾ ਕਰ ਲਓਗੇ ਜੋ ਕਦੇ ਨਹੀਂ ਵਾਪਰੇ। ਹੌਲੀ ਹੌਲੀ ਉਹਨਾਂ ਨੂੰ ਵਰਤਾਉਣ ਦੇ ਰਾਹ ਬਣਾ ਲਓਗੇ। ਧਿਆਨ ਰਹੇ, ਆਪਣੇ ਦੁੱਖਾਂ ਦੀ ਚਰਚਾ ਨਾ ਕਰੋ, ਉਸ ਨਾਲ ਕੀ ਸਰੋਕਾਰ ਹੈ। ਦੁੱਖ ਨੂੰ ਇਕਾਂਤ ਵਿੱਚ ਵਿਸਰਜਿਤ ਕਰ ਦਿਓ, ਦਰ ਦਰਵਾਜ਼ੇ ਬੰਦ ਕਰ ਲਓ, ਹਿਰਦੇ ਪੂਰਵਕ ਰੋਕ ਲਓ, ਚੀਕ ਲਓ, ਚਿੱਲਾ ਲਓ, ਪਰ ਦੂਜੇ ਦੇ ਕੋਲ ਜਾ ਕੇ ਦੁੱਖ ਦੀ ਚਰਚਾ ਨਾ ਕਰੋ, ਕਿਉਂਕਿ ਤੁਸੀਂ ਦੂਜਿਆਂ ਦੇ ਸੁੱਖ 'ਚ ਸਹਿਯੋਗੀ ਨਹੀਂ ਰਹੇ ਹੋ, ਤੁਸੀਂ ਉਹਨੂੰ ਵੀ ਦੁਖੀ ਕਰ ਰਹੇ ਹੋ। ਇਸ ਲਈ ਦੁੱਖ ਦੀ ਚਰਚਾ ਕਰਨ ਵਾਲਿਆਂ ਉੱਤੇ ਅਸੀਂ ਹਮਦਰਦੀ ਕਿੰਨੀ ਦੱਸੀਏ, ਲੇਕਿਨ ਉਸ ਆਦਮੀ ਕੋਲੋਂ ਅਸੀਂ ਬਚਣਾ ਚਾਹੁੰਦੇ ਹਾਂ, ਉਹ ਨਾ ਮਿਲੇ ਤਾਂ ਚੰਗਾ ਹੈ, ਕਿਉਂਕਿ ਉਹ ਆਪਣੇ ਦੁੱਖ ਦੀਆਂ ਤਰੰਗਾਂ ਸਾਡੇ ਤੱਕ ਵੀ ਪਹੁੰਚਾ ਦਿੰਦਾ ਹੈ। ਅਤੇ ਜੇ ਅਸੀਂ ਉਹਦੀ ਦੁੱਖ ਦੀ ਚਰਚਾ ਸੁਣਦੇ ਵੀ ਹਾਂ ਤਾਂ ਇਸ ਉਮੀਦ ਵਿੱਚ ਕਿ ਚੁੱਪਚਾਪ ਹੋ ਜਾਏ, ਤਾਂ ਅਸੀਂ ਆਪਣੇ ਦੁੱਖ ਦੀ ਚਰਚਾ ਉਹਨੂੰ ਸੁਣਾਈਏ। ਇਉਂ ਦੁੱਖ ਦਾ ਲੈਣ ਦੇਣ ਚੱਲਦਾ ਰਹਿੰਦਾ। ਦੁੱਖ ਦੀ ਗੱਲ ਹੀ ਬੰਦ ਕਰ ਦਿਓ। ਦੁੱਖ ਤੁਹਾਡਾ ਨਿੱਜੀ ਹੈ, ਉਹਨੂੰ ਤੁਸੀਂ ਨਿੱਜ ਵਿੱਚ ਹੀ ਭੋਗ ਲਓ। ਦਬਾਉਣ ਨੂੰ ਨਹੀਂ ਕਹਿ ਰਿਹਾ, ਉਹਨੂੰ ਪ੍ਰਗਟ ਤਾਂ ਜ਼ਰੂਰ ਕਰੋ, ਲੇਕਿਨ ਸ਼ੂਨਿਆ ਆਕਾਸ਼ ਵਿੱਚ, ਜਿੱਥੇ ਉਹ ਕਿਸੇ ਦੀ ਹਿੱਕ ਉੱਤੇ ਬੋਝ ਨਹੀਂ ਬਣੇਗਾ। ਦੁੱਖ ਦੱਸ ਕੇ ਹਮਦਰਦੀ ਨਾ ਮੰਗੋ, ਇਹ ਮੰਗਤਾ ਪੁਣਾ ਹੈ। ਇਕੱਲੇ 'ਚ ਛੱਡ ਦਿਓ, ਵਿਸਰਜਿਤ ਕਰ ਦਿਓ। ਅਤੇ ਜਦ ਵੀ ਕੋਈ ਤੁਹਾਡੇ ਕੋਲ ਹੋਵੇ ਤਾਂ ਤੁਹਾਡੇ ਅੰਦਰ ਜੋ ਸੁੱਖ ਦੀ ਯਾਦ ਹੈ ਉਹਨੂੰ ਉੱਪਰ ਲੈ ਆਓ। ਜਦ ਵੀ ਤੁਸੀਂ ਕਿਸੇ ਦੇ ਕੋਲ ਹੋ ਤਾਂ ਆਪਣੇ ਸੁੱਖ ਨੂੰ ਪ੍ਰਗਟ ਕਰੋ, ਆਪਣੇ ਸੁੱਖ ਨੂੰ ਨੱਚੋ, ਹੱਸੋ, ਆਪਣੇ ਸੁੱਖ ਨੂੰ ਜੀਓ, ਤਾਂ ਕਿ ਤੁਸੀਂ ਦੂਜੇ ਦੇ ਦੁੱਖ ਨੂੰ ਕੁਝ ਘੱਟ ਕਰ ਸਕੋ। ਅਤੇ ਤੁਸੀਂ ਜਿੰਨਾ ਇਸ ਸੁੱਖ ਨੂੰ ਜੀਣ ਲੱਗੋਗੇ ਓਨਾ ਹੀ ਸੁੱਖ ਵੱਧਦਾ ਜਾਏਗਾ। ਜਿੰਨਾ ਹੀ ਤੁਸੀਂ ਇਸ ਸੁੱਖ ਦਾ ਚੇਤਾ ਕਰੋਗੇ ਉਨੀ ਵੱਧ ਘਣੀ ਸੁੱਖ 'ਚ ਤੁਹਾਡੀ ਗਤੀ ਹੋਣ ਲੱਗੇਗੀ। ਜਿਸ ਉੱਤੇ ਧਿਆਨ ਦਿੰਦੇ ਉਹ ਵੱਧਦਾ ਜਾਏਗਾ। ਧਿਆਨ ਬਿਮਾਰੀ ਦਾ ਰਾਹ ਹੈ। ਹੁਣ ਬਨਸਪਤੀ ਸ਼ਾਸਤਰੀ ਕਹਿੰਦੇ ਆ ਵੀ ਜੇ ਪੌਦੇ ਉੱਤੇ ਤੁਸੀਂ ਠੀਕ ਤਰ੍ਹਾਂ ਧਿਆਨ ਦਿਓ ਤਾਂ ਵੱਧਦਾ ਜਾਂਦਾ ਹੈ। ਇਸ ਲਈ ਮਾਲੀ ਬਗੀਚੇ ਵਿੱਚ ਜਿਸ ਧਿਆਨ ਨਾਲ ਕੰਮ ਪ੍ਰੇਮ ਕਰਦਾ ਹੈ ਉਹ ਛੇਤੀ ਵੱਧਦਾ ਹੈ। ਜਿਸ ਉੱਤੇ ਉਹ ਵੱਧ ਧਿਆਨ ਦਿੰਦਾ ਉਹ ਛੇਤੀ ਵੱਧਦਾ ਹੈ ਅਤੇ ਉਸ 'ਚ ਛੇਤੀ ਫੁੱਲ ਆਉਂਦੇ। ਹੁਣ ਤੱਕ ਇਸ ਉੱਤੇ ਬਹੁਤ ਵਿਗਿਆਨਕ ਪ੍ਰਯੋਗ ਹੋਏ ਹੈ, ਸਿਰਫ ਧਿਆਨ ਦੇ ਨਾਲ। ਜਿਸ ਪੌਦੇ ਨੂੰ ਕੋਈ ਧਿਆਨ ਨਹੀਂ ਦਿੰਦਾ ਉਹਨੂੰ ਮਿੱਟੀ ਦਿਓ, ਖਾਦ ਦਿਓ, ਪਾਣੀ ਦਿਓ, ਸੂਰਜ ਦਿਓ, ਸਭ ਦਿਓ, ਸਿਰਫ ਧਿਆਨ ਨਾ ਦਿਓ, ਤਾਂ ਅਣਗੌਲੀ ਦਿਓ, ਇਹਦਾ ਵਧਣਾ ਰੁਕਦਾ ਹੈ। ਵਿਗਿਆਨਕ ਹੁਣ ਕਹਿੰਦੇ ਹੈ ਕਿ ਬੱਚਾ ਮਾਂ ਦੇ ਕੋਲ ਤੇਜ਼ੀ ਨਾਲ ਵੱਧਦਾ ਹੈ, ਤਾਂ ਉਹਦਾ ਕਾਰਨ ਹੈ ਮਾਂ ਦਾ ਧਿਆਨ। ਉਹ ਭਾਵੇਂ ਦੂਰ ਹੋਵੇ, ਭਾਵੇਂ ਉਹ ਦੂਜੇ ਕਮਰੇ 'ਚ ਹੋਵੇ, ਪਰ ਧਿਆਨ ਉਹਦਾ ਬੱਚੇ ਵੱਲ ਲੱਗਾ ਹੈ। ਉਹ ਭਾਵੇਂ ਸੈਂਕੜੇ ਮੀਲ ਦੂਰ ਚਲੀ ਗਈ ਹੋਵੇ, ਉਹ 1000 ਕੰਮ 'ਚ ਉਲਝੀ ਹੋਵੇ, ਪਰ ਧਿਆਨ ਉਹਦਾ ਆਪਣੇ ਬੱਚੇ 'ਚ ਲੱਗਾ ਹੈ। ਰਾਤ ਨੂੰ ਉਹ ਸੌਂ ਰਹੀ ਹੈ ਤਾਂ ਵੀ ਧਿਆਨ ਉਹਦਾ ਬੱਚੇ 'ਚ ਲੱਗਾ ਹੈ। ਆਕਾਸ਼ ਵਿੱਚ ਬੱਦਲ ਗਰਜਦੇ ਰਹਿਣ ਤਾਂ ਵੀ ਉਹਦੀ ਨੀਂਦ ਨਹੀਂ ਟੁੱਟਦੀ, ਪਰ ਬੱਚਾ ਜ਼ਰਾ ਕੁ ਚੀਂਕ ਚੀਂਕ ਕਰੇ ਤਾਂ ਉਹਦੀ ਨੀਂਦ ਟੁੱਟ ਜਾਂਦੀ ਹੈ। ਉਹਦਾ ਧਿਆਨ ਬੱਚੇ ਵਿੱਚ ਲੱਗਾ ਹੈ। ਵਿਗਿਆਨਕ ਕਹਿੰਦੇ ਆ ਕਿ ਬੱਚੇ ਦੇ ਵਾਧੇ 'ਚ ਮਾਂ ਦਾ ਦੁੱਧ ਜਿੰਨਾ ਜ਼ਰੂਰੀ ਹੈ ਉਸ ਤੋਂ ਵੀ ਵੱਧ ਜ਼ਰੂਰੀ ਉਹਦਾ ਧਿਆਨ ਹੈ। ਇਸ ਲਈ ਅਨਾਥ ਆਸ਼ਰਮ ਵਿੱਚ ਵੀ ਬੱਚੇ ਵੱਡੇ ਹੁੰਦੇ ਹੈ। ਦੁੱਧ ਉਹਨਾਂ ਨੂੰ ਸ਼ਾਇਦ ਮਾਂ ਤੋਂ ਵੀ ਚੰਗਾ ਮਿਲ ਸਕਦਾ ਹੈ। ਇਹ ਕੋਈ ਅੜੇਚਣ ਦੀ ਗੱਲ ਨਹੀਂ ਹੈ। ਸੇਵਾ ਉਹਨਾਂ ਨੂੰ ਸਿਖਲਾਈ ਪ੍ਰਾਪਤ ਨਰਸਾਂ ਦੀ ਮਿਲ ਸਕਦੀ ਹੈ। ਮਾਂ ਉਨੀ ਚੰਗੀ ਸੇਵਾ ਨਹੀਂ ਕਰ ਸਕਦੀ, ਕਿਉਂਕਿ
ਉਹਦੀ ਕੋਈ ਸਿਖਲਾਈ ਨਹੀਂ ਹੈ। ਉਹਨਾਂ ਨੂੰ ਕੱਪੜੇ, ਦਵਾਈ, ਸਾਰਾ ਇੰਤਜ਼ਾਮ ਚੰਗਾ ਮਿਲਦਾ ਹੈ, ਪਰ ਪਤਾ ਨਹੀਂ ਉਹਨਾਂ ਦੇ ਅੰਦਰ ਵਾਧਾ ਹੁੰਦਾ ਨਹੀਂ ਜਾਪਦਾ। ਸਭ ਸੁੱਕਾ ਸੁੱਕਾ ਲੱਗਦਾ ਹੈ। ਕਿਸੇ ਇੱਕ ਚੀਜ਼ ਦੀ ਕਮੀ ਨਹੀਂ ਰਹਿ ਗਈ। ਉਹ ਕਮੀ ਹੈ ਮਾਂ ਦੇ ਧਿਆਨ ਦੀ, ਜੋ ਉਹਨਾਂ ਨੂੰ ਨਹੀਂ ਮਿਲ ਰਿਹਾ। ਅਸੀਂ ਪ੍ਰੇਮ ਦੇ ਲਈ ਇੰਨੇ ਤਾਂਘਵਾਨ ਹੁੰਦੇ ਹਾਂ, ਤੁਹਾਨੂੰ ਪਤਾ ਨਹੀਂ ਹੋਣਾ ਕਿ ਕਿਉਂ। ਕਿਉਂਕਿ ਪ੍ਰੇਮ ਦੇ ਬਿਨਾਂ ਧਿਆਨ ਨਹੀਂ ਮਿਲਦਾ। ਪ੍ਰੇਮ ਦੀ ਭਾਲ ਦਰਅਸਲ ਧਿਆਨ ਦੀ ਭਾਲ ਹੈ। ਕੋਈ ਤੁਹਾਡੇ ਉੱਤੇ ਧਿਆਨ ਦੇਵੇ ਤਾਂ ਤੁਹਾਡੇ ਅੰਦਰ ਜੀਵਨ ਦਾ ਫੁੱਲ ਖਿੜਦਾ ਵੱਧਦਾ ਹੈ। ਕੋਈ ਧਿਆਨ ਨਾ ਦੇਵੇ ਤਾਂ ਕੁਮਲਾ ਜਾਂਦਾ ਹੈ। ਇਸ ਲਈ ਪ੍ਰੇਮ ਦੀ ਪਿਆਸ ਹੈ ਕਿ ਕੋਈ ਪ੍ਰੇਮ ਕਰੇ, ਕੋਈ ਧਿਆਨ ਦੇਵੇ, ਕੋਈ ਤੁਹਾਡੇ ਵੱਲ ਦੇਖ ਕੇ ਖੁਸ਼ ਹੋਵੇ, ਆਨੰਦਿਤ ਹੋਵੇ ਤਾਂ ਤੁਸੀਂ ਵੱਧਦੇ ਹੋ। ਪਰ ਕਦੇ ਕਦੇ ਉਹ ਬਿਮਾਰ ਰੂਪ ਲੈ ਲੈਂਦਾ ਹੈ। ਬਿਮਾਰ ਰੂਪ ਹਰ ਚੀਜ਼ ਦੇ ਹੁੰਦੇ ਹੈ। ਪ੍ਰੇਮ ਦੀ ਖੋਜ ਤਾਂ ਨਰੋਈ ਹੈ, ਲੇਕਿਨ ਕੋਈ ਆਦਮੀ ਫਿਰ ਵੀ ਇਹ ਕੋਸ਼ਿਸ਼ ਕਰੇ ਕਿ ਕਿਸੇ ਵੀ ਤਰ੍ਹਾਂ ਧਿਆਨ ਮਿਲੇ ਤਾਂ ਖਤਰਾ ਹੋ ਜਾਂਦਾ ਹੈ। ਤੁਸੀਂ ਜੇਕਰ ਜ਼ੋਰ ਨਾਲ ਰੋ ਤਾਂ ਲੋਕਾਂ ਦਾ ਧਿਆਨ ਤੁਹਾਡੇ ਵੱਲ ਆਏਗਾ। ਬੱਚਾ ਸਿੱਖ ਰਿਹਾ, ਮਾਂ ਜੇਕਰ ਉਹਨੂੰ ਠੀਕ ਤਰ੍ਹਾਂ ਪ੍ਰੇਮ ਨਹੀਂ ਕਰਦੀ, ਉਹ ਵੱਧ ਰੋਂਦਾ ਹੈ, ਚੀਖਦਾ, ਚਿਲਾਉਂਦਾ ਹੈ, ਕਿਉਂਕਿ ਹੁਣ ਉਹ ਇੱਕ ਤਰਕੀਬ ਸਿੱਖ ਰਿਹਾ। ਜਦੋਂ ਚਿਲਾਉਂਦਾ ਮਾਂ ਧਿਆਨ ਦਿੰਦੀ ਹੈ, ਸਮਾਨ ਪਟਕਾ ਕੇ ਸੁੱਟਦਾ ਮਾਂ ਧਿਆਨ ਦਿੰਦੀ ਹੈ, ਕੋਈ ਚੀਜ਼ ਤੋੜ ਦਿੰਦਾ ਤਾਂ ਮਾਂ ਧਿਆਨ ਦਿੰਦੀ ਹੈ। ਕਦੇ ਤੁਸੀਂ ਖਿਆਲ ਕੀਤਾ ਤੁਹਾਡੇ ਘਰ 'ਚ ਮਹਿਮਾਨ ਆ ਜਾਣ ਤਾਂ ਬੱਚੇ ਵੱਧ ਚੀਜ਼ਾਂ ਪਟਕਾਉਂਦੇ ਆ, ਜ਼ਿਆਦਾ ਉਪਦਰ ਮਚਾਉਂਦੇ ਆ। ਉਹ ਮਹਿਮਾਨਾਂ ਦਾ ਧਿਆਨ ਖਿੱਚ ਰਹੇ ਆ, ਉਂਝ ਸ਼ਾਂਤ ਬੈਠੇ ਆ। ਤੁਸੀਂ ਚਾਹੁੰਦੇ ਹੋ ਮਹਿਮਾਨ ਆਉਣ ਤੱਕ ਉਹ ਸ਼ਾਂਤ ਰਹਿਣ। ਉਹ ਕਿਵੇਂ ਸ਼ਾਂਤ ਰਹਿਣ? ਮਹਿਮਾਨ ਤੁਹਾਡੇ ਨਾਲ ਹੀ ਗੱਲਾਂ ਕਰ ਰਹੇ ਆ, ਬੱਚੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਬੱਚਾ 25 ਉਪਦਰ ਖੜੇ ਕਰੇਗਾ। ਤੁਸੀਂ ਮੇਰੇ ਵੱਲ ਵੀ ਧਿਆਨ ਦਿਓ, ਮਹਿਮਾਨ ਵੀ ਧਿਆਨ ਦੇਵੇ। ਅਣਜਾਣੇ ਚੱਲ ਰਿਹਾ ਹੈ ਇਹ, ਪਰ ਗਿਆਨ ਬੜੋਤਰੀ ਦਾ ਹਿੱਸਾ ਹੈ, ਉਹ ਵਧੇਗਾ ਜਿੰਨਾ ਵੱਧ ਧਿਆਨ ਦਿੱਤਾ ਜਾਏਗਾ। ਫਿਰ ਲੋਕ ਬਿਮਾਰ ਹੋ ਜਾਂਦੇ ਆ। ਜਿਵੇਂ ਇੱਕ ਰਾਜਨੀਤਿਕ ਹੈ, ਉਹ ਕੁਝ ਵੀ ਨਹੀਂ ਮੰਗ ਰਿਹਾ, ਅਹੁਦੇ 'ਤੇ ਹੋ ਕੇ ਕੀ ਮਿਲੇਗਾ ਉਹਨੂੰ? 1000 ਤਰ੍ਹਾਂ ਦੀਆਂ ਗਾਲਾਂ ਮਿਲਣਗੀਆਂ, 1000 ਤਰ੍ਹਾਂ ਦਾ ਅਪਮਾਨ ਮਿਲੇਗਾ, 1000 ਤਰ੍ਹਾਂ ਦੀ ਨਿੰਦਿਆ ਮਿਲੇਗੀ, ਹੋਰ ਕੁਝ ਮਿਲਣ ਵਾਲਾ ਨਹੀਂ ਹੈ। ਲੇਕਿਨ ਇੱਕ ਗੱਲ ਹੈ, ਜਦੋਂ ਅਹੁਦੇ 'ਤੇ ਹੋਏਗਾ, ਕੁਰਸੀ 'ਤੇ ਹੋਏਗਾ, ਧਿਆਨ ਮਿਲੇਗਾ, ਚਾਰੇ ਪਾਸਿਆਂ ਤੋਂ ਲੋਕ ਦੇਖਣਗੇ। ਧੰਨਵਾਦ।